ਜਿਹੜੀ ਲੈਂਡਲੋਰਡ ਟੈਨੈਂਟ ਬੋਰਡ ਨਾਲ ਸੰਬੰਧਿਤ ਬੇਸ਼ੱਕ ਟੈਨੈਂਟਸ ਦੇ ਆਪਣੇ ਮਸਲੇ ਹੋਣਗੇ, ਬਟ ਜਦੋਂ ਅਸੀਂ ਰੀਅਲ ਸਟੇਟ ਦੇ ਫੀਲਡ ਦੇ ਵਿੱਚ ਸੁਣਦੇ ਹਾਂ, ਦੇਖਦੇ ਹਾਂ, ਤਾਂ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਸਾਲਾਂ ਬੱਧੀ ਸਮਾਂ ਹੋ ਗਿਆ ਜਿੱਥੇ ਟੈਨੈਂਟ ਧੱਕੇ ਦੇ ਨਾਲ ਕਬਜ਼ਾ ਕਰੀ ਬੈਠੇ ਨੇ ਪ੍ਰਾਪਰਟੀਜ਼ ਤੇ। ਇੱਕ ਫੇਅਰ ਮਾਰਕੀਟ ਰੈਂਟ ਦੇ ਉੱਤੇ ਮਾਰਕੀਟ $2500 ਚੜ੍ਹਦਾ ਤਾਂ 2500 ਚੜ੍ਹਦਾ ਹੈ, ਪਰ ਇੱਕ ਅਸੀਂ ਲੀਸਿੰਗ ਸ਼ੁਰੂ ਕਰਦੇ ਹਾਂ ਕਿ ਤੁਸੀਂ 10 ਰੂਮ ਹੋਗੇ ਤਾਂ 3500, 4 ਰਹੋਗੇ ਤਾਂ 2500। ਉਹ ਜਿਹੜਾ ਸਿਸਟਮ ਜਿਹੜਾ ਅਸੀਂ ਜਨਰੇਟ ਕੀਤਾ ਹੈ ਉਹ ਬੜਾ ਖਤਰਨਾਕ ਰੁਝਾਨ ਹੈ। ਇਹ ਸਾਡੀ ਪ੍ਰੋਬਲਮ ਹੈ, ਸਾਨੂੰ ਰਲ ਮਿਲ ਕੇ ਇਹਦੇ ਵਿੱਚੋਂ ਥੋੜੇ ਸਾਲਾਂ ਚ ਅਸੀਂ ਤੋਂ ਬਾਹਰ ਆ ਜਾਗੇ ਜੀ। ਬਹੁਤ ਸਾਰੇ ਸਟੂਡੈਂਟ ਬਹੁਤ ਹਾਰਡ ਵਰਕਿੰਗ ਨੇ। ਇੱਥੋਂ ਦੇਖੋ ਆ ਮੁੰਡਾ ਇੱਕ ਆਪਣਾ ਸਟੂਡੈਂਟ ਆਇਆ ਸੀ, MLA ਬਣਿਆ ਜੀ, ਬੜੀਆਂ ਅੱਛੀਆਂ ਜੌਬਾਂ ਤੇ ਲੋਕ ਲੱਗੇ ਹੋਏ ਨੇ। ਨੀਅਤ ਮਾੜੀ ਨਾਲ ਅਸੀਂ ਕੋਈ ਕੰਮ ਕਰਾਂਗੇ ਨਾ, ਚਾਹੇ ਉਹ ਸਟੂਡੈਂਟ ਦੇ ਐਂਡ ਤੇ ਚਾਹੇ ਉਹ EMPLOYER ਦੇ ਐਂਡ ਤੇ ਹੈ, ਉਹ ਕੰਮ ਕਦੀ ਸਹੀ ਹੋ ਹੀ ਨਹੀਂ ਸਕਦਾ। ਸੋ ਇਹਦੇ ਵਿੱਚ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਜਾਂ ਸਟੂਡੈਂਟ ਵੀਜ਼ਾ ਦਾ ਜਿਹੜਾ ਪ੍ਰੋਸੈਸ ਹੈ ਉਹ ਫਲॉड ਹੈ। ਉਹਨੂੰ ਗਰਾਊਂਡ ਲੈਵਲ ਤੇ ਫਿਕਸ ਕਰਨ ਦੀ ਲੋੜ ਹੈ, ਤਾਂ ਇਹ ਪ੍ਰੋਬਲਮ ਫਿਕਸ ਹੋਣੀ ਹੈ। ਮੇਰੇ ਤੁਹਾਡੇ ਡਿਸਕਸ਼ਨ ਕਰਨ ਵਾਲੇ ਪ੍ਰੋਬਲਮ ਸ਼ਾਇਦ ਇਨੀਸ਼ੀਏਟਿਵ ਫਿਕਸ ਨਾ ਹੋ ਸਕੇ। ਅੱਛਾ ਲੂੰਬਾ ਸਾਹਿਬ, ਸੌਰੀ ਮੈਂ ਬਿਫੋਰ ਕਿ ਅਰੋੜਾ ਸਾਹਿਬ ਦੇ ਕੋਲ ਜਾਵਾਂ ਇਸ ਪੁਆਇੰਟ ਨੂੰ ਲੈ ਕੇ, ਕਿਉਂਕਿ ਉਹ ਖੁਦ ਰੀਅਲ ਸਟੇਟ ਦੇ ਫੀਲਡ ਨਾਲ ਵੀ ਜੁੜੇ ਹੋਏ ਆ, ਕਮਿਊਨਿਟੀ 'ਚ ਵੀ ਕਾਫੀ ਐਕਟਿਵ ਰਹਿੰਦੇ ਨੇ। ਤੁਸੀਂ ਗੱਲ ਕੀਤੀ ਸੀ ਕੰਟਰੈਕਟਸ ਕਰਨ ਦੀ, ਕੰਟਰੈਕਟ ਹੋਣ ਸਾਡੇ ਕੋਲ ਇਨ ਰਾਈਟਿੰਗ ਸਾਰਾ ਕੁਝ ਹੋਵੇ, ਪਰ ਜਦੋਂ ਲੈਂਡਲੋਰਡ ਟੈਨੈਂਟ ਬੋਰਡ ਦੇ ਨਾਲ ਸੰਬੰਧਿਤ ਮਸਲਿਆਂ ਨੂੰ ਥੋੜ੍ਹਾ ਬਹੁਤਾ ਅਸੀਂ ਨੇੜੇ ਹੋ ਕੇ ਦੇਖਦੇ ਹਾਂ ਤਾਂ ਉੱਥੇ ਪਤਾ ਲੱਗਦਾ ਹੈ ਕਿ ਜਿਹੜੇ ਕੰਟਰੈਕਟਸ ਨੇ ਇਹ ਤਾਂ ਬਸ ਫਾਰਮੈਲਿਟੀਜ਼ ਤੱਕ ਸੀਮਿਤ ਰਹਿ ਜਾਂਦੇ ਨੇ, ਕਿ ਬਹੁਤੀ ਵਾਰ ਇਹ ਹੁੰਦਾ ਕਿ ਲੈਂਡਲੋਰਡ ਨੂੰ ਸਾਲ 2-2 ਸਾਲ ਤੱਕ ਧੱਕੇ ਖਾਣੇ ਪੈਂਦੇ ਨੇ। ਟੈਨੈਂਟ ਉਹਨਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਵੀ ਬਰੀਕੀਆਂ ਦਾ ਪਤਾ ਕਾਨੂੰਨੀ ਤੌਰ ਦੇ ਉੱਤੇ। ਇਸ ਪੁਆਇੰਟ ਨੂੰ ਪਹਿਲਾਂ ਮੈਂ ਕੁਇਕਲੀ ਇੱਕ ਵਾਰੀ ਅਰੋੜਾ ਸਾਹਿਬ ਦਾ ਪੁਆਇੰਟ ਲੈ ਕੇ ਫਿਰ ਤੁਹਾਡੇ ਕੋਲ ਆਉਣਾ। ਅਰੋੜਾ ਸਾਹਿਬ, ਤੁਸੀਂ ਇਸ ਪੁਆਇੰਟ ਨੂੰ ਥੋੜ੍ਹਾ ਐਲੈਬੋਰੇਟ ਕਰਨਾ ਚਾਹੋ। ਜਿਹੜੀ ਲੈਂਡਲੋਰਡ ਟੈਨੈਂਟ ਬੋਰਡ ਨਾਲ ਸੰਬੰਧਿਤ ਬੇਸ਼ੱਕ ਟੈਨੈਂਟਸ ਦੇ ਆਪਣੇ ਮਸਲੇ ਹੋਣਗੇ, ਬਟ ਜਦੋਂ ਅਸੀਂ ਰੀਅਲ ਸਟੇਟ ਦੇ ਫੀਲਡ ਦੇ ਵਿੱਚ ਸੁਣਦੇ ਹਾਂ, ਦੇਖਦੇ ਹਾਂ, ਤਾਂ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਸਾਲਾਂ ਬੱਧੀ ਸਮਾਂ ਹੋ ਗਿਆ ਜਿੱਥੇ ਟੈਨੈਂਟ ਧੱਕੇ ਦੇ ਨਾਲ ਕਬਜ਼ਾ ਕਰੀ ਬੈਠੇ ਨੇ ਪ੍ਰਾਪਰਟੀਜ਼ ਤੇ। ਜੀ ਸੋ ਹਰਜਿੰਦਰ ਜੀ, ਅਸੀਂ ਨਾ ਮਲਟੀਪਲ ਪ੍ਰੋਬਲਮ ਨੂੰ ਅਸੀਂ ਇਕੱਠਾ ਕਰਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਪਾਸੇ ਅਸੀਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ ਕਿ ਸਟੂਡੈਂਟਸ ਦੀ ਕੀ ਪ੍ਰੋਬਲਮ ਨੇ ਸਾਡੇ, ਦੂਸਰੇ ਪਾਸੇ EMPLOYER ਰਿਲੇਸ਼ਨ, ਤੀਸਰੇ ਪਾਸੇ ਰੈਂਟਲ ਦੀ ਗੱਲ ਕਰ ਰਹੇ ਹਾਂ। ਜੇ ਮੈਂ ਥੋੜਾ ਜਿਹਾ ਨੂੰ ਸੈਪਰੇਟ ਆਊਟ ਕਰ ਲਵਾਂ ਤਾਂ ਕਿ ਇੰਡੀਵਿਜੂਅਲੀ ਅਸੀਂ ਪ੍ਰੋਬਲਮ ਨੂੰ ਆਈਡੈਂਟੀਫਾਈ ਕਰਕੇ ਗੱਲ ਕਰ ਸਕੀਏ। ਲੈਂਡਲੋਰਡ ਟੈਨੈਂਟ ਬੋਰਡ ਦੇ ਜਿਹੜੇ ਇਸ਼ੂਜ਼ ਨੇ ਉਹ ਪ੍ਰੋਬਲਮਸ ਐਗਜ਼ਿਸਟਿੰਗ ਸਿਰਫ ਸਟੂਡੈਂਟਸ ਲਈ ਨਹੀਂ, ਇਹ ਸਾਰਿਆਂ ਲਈ ਨੇ। ਪਰ ਇੱਕ ਗੱਲ ਜਿਹੜੀ ਲੂੰਬਾ ਸਾਹਿਬ ਨੇ ਹੁਣੇ ਕਹੀ ਹੈ ਕਿ ਜਿੰਨੇ ਕੁ ਵੀ ਅਸੀਂ ਕੰਟਰੈਕਟ ਲਿਖਦੇ ਹਾਂ, anything that is written will actually stand in court। ਘੱਟੋ ਘੱਟ ਤੁਸੀਂ ਹੋ ਸਕਦਾ ਕਿ ਤੁਹਾਨੂੰ ਹੋ ਸਕਦਾ ਪ੍ਰੈਜ਼ੈਂਟਰ ਟ੍ਰਾਈਬਿਊਨਲ ਦੇ ਕੋਲ ਜਾ ਕੇ ਤੁਹਾਨੂੰ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਵੇ। ਘੱਟੋ ਘੱਟ ਤੁਸੀਂ ਜੇ ਲਿਖਿਆ ਹੋਏਗਾ ਤੁਸੀਂ ਰਾਈਟਫੁਲੀ ਤੁਸੀਂ ਆਪਣੇ ਭਾਵੇਂ ਟੈਨੈਂਟ ਦੇ ਹੱਕ ਵਿੱਚ ਹੈ ਤੇ ਭਾਵੇਂ ਉਹ ਲੈਂਡਲੋਰਡ ਦੇ ਹੱਕ ਵਿੱਚ, ਤੁਸੀਂ ਆਪਣੇ ਹੱਕ ਦੀ ਗੱਲ ਕਰ ਸਕਦੇ ਹੋ। ਜੇ ਹੈ ਹੀ ਨਹੀਂ ਕਿ ਜੇ ਜ਼ੁਬਾਨੀ ਗੱਲ ਹੈ ਕਿ ਜੇ ਉਹਨੇ ਇਹ ਕਿਹਾ ਸੀ ਹੀ ਸੈਡ ਸ਼ੀ ਸੈਡ ਦੇ ਉੱਤੇ ਅਸੀਂ ਕੰਮ ਕਰਾਂਗੇ, ਫਿਰ ਬੜੀ ਦਿੱਕਤ ਹੋਏਗੀ। ਦੂਸਰੀ ਗੱਲ ਜਿਹੜੀ ਇਹਦੇ ਨਾਲ ਹੀ ਵੀ ਜੁੜਦੀ, ਜਿਹੜੀ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਜੇ ਸਟੂਡੈਂਟਸ ਦੇ ਸਪੈਸੀਫਿਕ ਰੈਂਟਲਸ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਅਸੀਂ ਗਰੀਡ ਬੜਾ ਵੱਡਾ ਫੈਕਟਰ ਗਰੀਡ ਵੀ ਹੈ। ਤੇ ਜਿਹੜਾ ਕਿ ਪਹਿਲਾਂ ਵੀ ਬਾਲ ਸਾਹਿਬ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਮਦਦ ਕਰਨ ਦੀ ਜਗ੍ਹਾ ਦੇ ਉੱਤੇ ਅਸੀਂ ਉਹਨਾਂ ਨੂੰ ਪੁਲਿਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਫੇਅਰ ਮਾਰਕੀਟ ਰੈਂਟ ਦੇ ਉੱਤੇ ਮਾਰਕੀਟ $2500 ਚੜ੍ਹਦਾ ਤਾਂ 2500 ਚੜ੍ਹਦਾ ਹੈ, ਪਰ ਇੱਕ ਅਸੀਂ ਪੁਲਿਸਿੰਗ ਸ਼ੁਰੂ ਕਰਦੇ ਹਾਂ ਕਿ ਤੁਸੀਂ 10 ਰੂਮ ਹੋਗੇ ਤਾਂ 3500, 4 ਰਹੋਗੇ ਤਾਂ 2500। ਉਹ ਜਿਹੜਾ ਸਿਸਟਮ ਜਿਹੜਾ ਅਸੀਂ ਜਨਰੇਟ ਕੀਤਾ ਉਹ ਬੜਾ ਖਤਰਨਾਕ ਰੁਝਾਨ ਹੈ। ਉਹਦੇ ਕਰਕੇ ਬੱਚਿਆਂ ਉੱਤੇ ਪ੍ਰੈਸ਼ਰ, ਤੇ ਬੱਚੇ ਫਿਰ ਅੱਗੇ ਰਿਟੈਲੀਏਟ ਕਰਦੇ ਨੇ ਕਿ ਇਹ ਕਿਹੜਾ ਸਾਨੂੰ ਫੇਵਰ ਦੇ ਰਹੇ ਨੇ, ਅਸੀਂ ਇਹਨਾਂ ਲਈ ਕਿਉਂ ਚੰਗੇ ਬਣੀਏ, ਜੇ ਇਹ ਸਾਡੇ ਨਾਲ ਚੰਗਾ ਨਹੀਂ ਕਰਦੇ ਅਸੀਂ ਕਿਉਂ ਕਰੀਏ। ਸੋ ਇਹ ਮੇਰੇ ਖਿਆਲ ਦੋਨੋਂ ਪਾਸੇ ਪ੍ਰੋਬਲਮ ਇਸ ਤਰ੍ਹਾਂ ਦੀ ਚੱਲ ਰਹੀ। ਬਲ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਸਾਡੀ ਇਹ ਦੋਨੋਂ ਸਾਡੇ ਗੈਸਟ ਜਿਹੜੇ ਨੇ ਉਹਨਾਂ ਨੇ ਗੱਲ ਕੀਤੀ ਹੈ ਤਾਂ? ਨਹੀਂ, ਬਿਲਕੁਲ ਠੀਕ ਕੀਤੀ ਅਰੋੜਾ ਸਾਹਿਬ ਨੇ ਗੱਲ। ਮੈਂ ਵੀ ਇਸ ਚੀਜ਼ ਨਾਲ ਐਗਰੀ ਹਾਂ ਕਿ ਆਪਾਂ ਜਿਹੜਾ ਨਾ ਵਿਸ਼ੇ 3 ਸ਼ੋਅ ਲਿਆ, ਤੇ ਨੈਕਸਟ ਟਾਈਮ ਮੈਂ ਸੁਜੈਸਟ ਕਰਾਂਗਾ ਕਿ ਆਪਾਂ ਇੱਕ ਟੌਪਿਕ ਤੇ ਹੀ ਗੱਲ ਕਰੀਏ। ਇਹਦਾ ਵੈਸੇ ਮੇਨ ਮਕਸਦ ਸਰ ਮੇਰਾ, ਸੌਰੀ ਹੋ ਸਕਦਾ ਤੁਹਾਨੂੰ ਇਸ ਤਰ੍ਹਾਂ ਲੱਗਿਆ ਹੋਵੇ, ਬਟ ਇਹ ਸਾਰੇ ਰਲਦੇ ਮਿਲਦੇ ਨੇ ਜੀ ਇੱਕ ਤਰ੍ਹਾਂ ਦੇ ਨਾਲ। ਅਸੀਂ ਸਾਡੇ EMPLOYER EMPLOYEE ਜਾਂ ਸਟੂਡੈਂਟਸ ਜਾਂ ਕਮਿਊਨਿਟੀ ਭਾਈਚਾਰਾ ਸਾਰਾ ਕੁਝ ਹੈ ਤੇ ਸਾਡੇ ਭਾਈਚਾਰੇ 'ਚ ਹੀ ਹੋ ਰਿਹਾ ਜੀ। ਹਾਂਜੀ ਹਾਂ, ਤੁਹਾਡੀ ਗੱਲ ਤਾਂ ਠੀਕ ਹੈ। ਮੈਂ ਆਲ ਗੋ ਬੈਕ ਟੂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦੀ ਰਿਲੇਸ਼ਨਸ਼ਿਪ ਪਰਿਵਾਰਾਂ ਦੇ ਨਾਲ। ਜਿਵੇਂ ਇੱਕ ਬੱਚਾ ਏਅਰ ਤੇ ਆਇਆ ਸੀ ਤੇ ਉਹ ਕਹਿੰਦਾ ਸੀ ਕਿ ਜਦੋਂ ਮੈਂ ਇੰਡੀਆ ਸੀ ਤੇ ਸਾਰੇ ਕਹਿੰਦੇ ਸੀ ਕਿ ਤੁਸੀਂ ਆਓ ਤੇ ਆਹ ਕਰਾਂਗੇ ਉਹ ਕਰਾਂਗੇ। ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ, ਆਸਾਂ ਨੇ, ਬਹੁਤ ਵੱਡੀਆਂ ਨੇ। ਹਾਂਜੀ, ਇੱਥੇ ਦਾ ਲਾਈਫ ਸਟਾਈਲ ਤੇ ਵਰਕਿੰਗ ਸਟਰਕਚਰ ਜਿਹੜਾ ਆ ਉਹ ਟੋਟਲੀ ਹਿੰਦੁਸਤਾਨ ਦੇ ਨਾਲੋਂ ਵੱਖਰਾ ਆ। ਉੱਥੇ ਜਿਹੜੇ ਆਪਣੇ ਸਟੂਡੈਂਟਸ ਆਏ ਨੇ 12 ਜਮਾਤਾਂ ਤੱਕ, ਤੇ ਪਹਿਲੀ ਗੱਲ ਤੇ ਅੱਛੇ ਸਕੂਲਾਂ 'ਚੋਂ ਪੜ੍ਹਦੇ ਸੀ ਤੇ ਔਖੇ ਸੌਖੇ ਹੋ ਕੇ ਪੇਰੈਂਟਸ ਉਹਨਾਂ ਨੂੰ ਪੜ੍ਹਾ ਰਹੇ ਸੀ ਤੇ ਉਹ ਕੰਮ ਕੋਈ ਨਹੀਂ ਸੀ, ਉਹਨਾਂ ਨੇ ਘਰ ਦਾ ਵੀ ਕੰਮ ਨਹੀਂ ਸੀ ਕੀਤਾ, ਇੱਥੋਂ ਤੱਕ ਕਿ ਉਹ ਪਾਣੀ ਦਾ ਗਲਾਸ ਵੀ ਲੈ ਕੇ ਨਹੀਂ ਸੀ ਪੀਂਦੇ। ਇੱਥੇ ਫੋਰ ਐਗਜ਼ਾਮਪਲ ਇੱਕ ਕਿਸੇ ਦੀ ਭਾਣਜੀ ਜਾਂ ਭਤੀਜੀ ਜਾਂ ਕੋਈ ਨੀਸ ਆ ਗਈ, ਇੱਥੇ ਭੂਆ ਦੇ ਕੋਲ, ਮਾਮੇ ਮਾਸੀ ਕੋਲ ਆ ਗਈ,
ਔਰ ਹੁਣ ਉਹ ਜਿਹੜੀ ਭੂਆ ਜਾਂ ਮਾਸੀ ਹੈ ਵਿਚਾਰੀ, ਉਹ ਤੇ ਸਵੇਰੇ ਉੱਠ ਕੇ 6-7 ਵਜੇ ਕੰਮ ਤੇ ਜਾਂਦੀ ਹੈ ਤੇ ਉਹ ਬੱਚੀ ਨੂੰ ਕਹਿ ਜਾਂਦੀ ਹੈ ਵੀ ਬੇਟਾ ਵੀ ਤੂੰ ਵੈਕਮ ਕਰ ਦੇਈਂ ਜਾਂ ਆਪਾਂ ਵਾਸ਼ਰੂਮ ਜਿਹੜੇ ਉਹ ਸਾਫ਼ ਕਰ ਦੇਈਂ ਜਾਂ ਕਿਚਨ ਸਾਫ਼ ਕਰ ਦੇਈਂ। ਤੇ ਉਹ ਬੱਚੀ ਜਿਹੜੀ ਆ ਉਹ ਆਪਣੇ ਪਿੱਛੇ ਫੋਨ ਕਰਦੀ ਹੈ ਕਿ ਭੂਆ ਤੇ ਮੇਰੇ ਕੋਲ ਭਾਂਡੇ ਮੰਜਵਾਉਂਦੀ ਆ ਔਰ ਉਹਨਾਂ ਦਾ ਜਿਹੜਾ ਉਹ ਰਿਸ਼ਤਾ ਜਿਹੜਾ ਉਹ ਟੁੱਟ ਜਾਂਦਾ ਆ ਵੀ ਤੂੰ ਸਾਡੀ ਕੁੜੀ ਕੋ ਤੂੰ ਹੁੰਨੀ ਕੌਣ ਆ, ਅਸੀਂ ਤੇ ਤੇਰਾ ਕੈਨੇਡਾ 'ਚ ਵਿਆਹ ਕੀਤਾ ਸੀ, ਤੇਰੇ ਤੇ ਪੈਸੇ ਖਰਚੇ ਸੀ, ਤੈਨੂੰ ਦਾਜ ਦਿੱਤਾ ਸੀ ਤੇ ਤੂੰ ਸਾਡੀ ਕੁੜੀ ਕੋ ਹਾਲੇ ਭਾਂਡੇ ਮੰਜਵਾਉਣ ਵਾਲੀ। ਆਪਾਂ ਦੇਖੋ ਤੇ 4 ਜਣੇ ਆਪਾਂ ਗੱਲ ਕਰ ਰਹੇ ਹਾਂ, ਆਪਾਂ 4 ਜਣੇ ਆਪੋ ਆਪਣੇ ਘਰਾਂ ਦੇ ਵਿੱਚ ਆਪਾਂ ਕਿਚਨ ਦੇ ਵਿੱਚ ਵੀ ਹੈਲਪ ਕਰਦੇ ਹਾਂ ਤੇ ਆਪਾਂ ਘਰ ਨੂੰ ਸਾਫ਼ ਕਰਨ ਦੇ ਵਿੱਚ ਵੀ ਮਦਦ ਕਰਦੇ ਹਾਂ। ਔਰ ਉਹ ਰਿਸ਼ਤਿਆਂ ਦੇ ਵਿੱਚ ਵੀ ਸਾਡੇ ਉਹ ਤਰੇੜ ਆ ਰਹੀ ਆ। ਉਹ ਬੱਚਾ ਟ੍ਰੇਨਡ ਨਹੀਂ ਸੀ, ਉਸ ਕਰਕੇ ਉਹਨੇ ਸਮਝਿਆ ਮੇਰੇ ਕੋਲ ਕੰਮ ਕਰਾ ਰਹੀ ਆ। ਹੁਣ ਉਹ ਵਿਚਾਰੇ 12 ਘੰਟੇ ਕੰਮ ਕਰਕੇ ਆ ਕੇ ਫਿਰ ਉਹ ਭਾਂਡੇ ਵੀ ਉਹਦੇ ਸਾਫ਼ ਕਰੇ, ਉਹਨੂੰ ਰੋਟੀ ਪਾ ਕੇ ਵੀ ਦੇਵੇ। ਇਸ ਕਰਕੇ ਬੱਚਿਆਂ ਨੂੰ ਵੀ ਚਾਹੀਦਾ ਹੈ ਤੇ ਸਾਨੂੰ ਵੀ ਚਾਹੀਦਾ, ਪਰ ਮੈਂ ਸਮਝਦਾ ਕਿ ਸਾਨੂੰ ਹੀ ਥੋੜ੍ਹਾ ਜਿਹਾ ਜ਼ਿਆਦਾ ਸੈਕਰੀਫਾਈਸ ਕਰਨਾ ਪਵੇਗਾ। ਭਾਜੀ ਨੇ ਸਰਜੀਤ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਜਿਹੜੀ ਗਰੀਡ ਦੀ ਗੱਲ ਕੀਤੀ ਆ, ਬਿਲਕੁਲ ਬਿਲਕੁਲ ਗਰੀਡ ਹੈ ਜੀ। ਜਿਹੜੇ ਸਾਡੇ ਲੈਂਡਲੋਰਡਸ ਨੇ ਉਹਨਾਂ ਦੇ ਵਿੱਚ ਇੱਕ ਗੱਲ ਦਾ ਗਰੀਡ ਹੈ। ਜਿਵੇਂ ਲੂੰਬਾ ਸਾਹਿਬ ਨੇ ਗੱਲ ਕੀਤੀ ਸੀ ਕਿ ਉਹ ਗਾਂ ਤੋਂ ਗਾਂ, ਜਾਂ ਇੱਕ ਕਾਲਰ ਨੇ ਗੱਲ ਕੀਤੀ ਸੀ ਵੀ ਗਾਂ ਤੋਂ ਗਾਂ ਸਬਲੇਟ ਕਰਦੇ ਨੇ, ਇੱਕ ਕਮਰਾ ਲੈ ਲਿਆ ਉਹ ਸਬਲੇਟ ਕਰਦੇ ਨੇ। ਔਰ ਆਪਾਂ ਨੂੰ ਬਿਲਕੁਲ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ। ਤੇ ਪਹਿਲੀ ਗੱਲ ਤੇ ਜਦੋਂ ਤੁਸੀਂ ਕਿਸੇ ਨੂੰ ਕੋਈ ਟੈਨੈਂਟ ਰੱਖਦੇ ਹੋ, ਬੇਸ਼ੱਕ ਇੰਟਰਨੈਸ਼ਨਲ ਸਟੂਡੈਂਟਸ ਹੀ ਆ, ਕੋਈ ਉਹ ਕਾਗਜ਼ ਤੇ ਲਿਖ ਜ਼ਰੂਰ ਲਾਓ। ਸਿੰਪਲ ਕਾਗਜ਼ ਤੇ ਕੋਈ ਲੀਜ਼ ਬਣਾ ਲਓ, ਆਪਣੇ ਹੱਥਾਂ ਨਾਲ ਲਿਖ ਲਓ, ਉਹ ਵੀ ਵੈਲਿਡ ਹੁੰਦੀ ਹੈ। ਐਸੀ ਕੋਈ ਜ਼ਰੂਰੀ ਨਹੀਂ ਕਿ ਲੀਜ਼ ਫਾਰਮ ਵਾਲੀ ਲੀਜ਼ ਦੀ ਜਿਹੜੀ ਉੱਥੇ ਟੈਨੈਂਟ ਬੋਰਡ ਤੇ ਜਾ ਕੇ ਉਹੀ ਆ, ਤੁਸੀਂ ਕੋਈ ਨਾ ਕੋਈ ਤਾਂ ਕਿਤੇ ਸਾਈਨ ਕੀਤੇ ਹੋਣ। ਔਰ ਬੱਚਿਆਂ ਨਾਲ ਸਹਿਯੋਗ ਕਰਨ ਦੀ ਲੋੜ ਆ। ਜਿਵੇਂ ਪਹਿਲਾਂ ਦੱਸਿਆ ਵੀ ਉੱਥੇ ਓਰੀਐਂਟੇਸ਼ਨ ਹੋਵੇ, ਸਾਡੇ ਗੁਰਦੁਆਰਾ ਮਸਜਿਦਾਂ ਵਿੱਚ ਹੋਵੇ ਤੇ ਇੱਥੇ ਕਾਲਜਾਂ ਦੇ ਵਿੱਚ ਹੋਵੇ। ਇਹ ਸਾਡੀ ਪ੍ਰੋਬਲਮ ਹੈ। ਸਾਨੂੰ ਰਲ ਮਿਲ ਕੇ ਇਹਦੇ ਵਿੱਚੋਂ ਥੋੜੇ ਸਾਲਾਂ 'ਚ ਅਸੀਂ ਤੋਂ ਬਾਹਰ ਆ ਜਾਵਾਂਗੇ ਜੀ। ਬਹੁਤ ਸਾਰੇ ਸਟੂਡੈਂਟ ਬਹੁਤ ਹਾਰਡ ਵਰਕਿੰਗ ਨੇ। ਇੱਥੋਂ ਦੇਖੋ ਆ ਮੁੰਡਾ ਇੱਕ ਆਪਣਾ ਸਟੂਡੈਂਟ ਆਇਆ ਸੀ, MLA ਬਣਿਆ ਜੀ। ਬੜੀਆਂ ਅੱਛੀਆਂ ਜੋਬਾਂ ਤੇ ਲੋਕ ਲੱਗੇ ਹੋਏ ਨੇ। ਮੇਰੇ ਕੋਲ ਖੁਦ ਕੋ ਕੰਮ ਕਰਦੇ ਨੇ 4-5 ਸਟੂਡੈਂਟਸ ਨੇ, ਬੜੇ ਹਾਰਡ ਵਰਕਿੰਗ ਨੇ ਜੀ। ਔਰ ਉਹਨਾਂ ਨੂੰ ਵੀ ਸਤਿਕਾਰ ਚਾਹੀਦਾ, ਉਹਨਾਂ ਨੂੰ ਵੀ ਪਿਆਰ ਚਾਹੀਦਾ। ਉਹ ਜਿਹੜਾ ਉਹ ਆਪਣੇ ਮੁਲਕ ਤੋਂ ਆਏ ਨੇ, ਪਰਿਵਾਰਾਂ ਨੂੰ ਛੱਡ ਕੇ ਆਏ ਨੇ, ਬੱਚੇ ਨੇ। ਆਪਾਂ ਨੂੰ ਮਹਿਸੂਸ ਕਰਨਾ ਚਾਹੀਦਾ ਕਿ ਇਸ ਇਮੋਸ਼ਨਲ ਸਟ੍ਰੈਸ ਦੇ ਵਿੱਚੋਂ ਗੁਜ਼ਰ ਰਹੇ ਨੇ। ਜੇ ਉਹ ਦੂਰੀ ਹੈ ਜੋ ਪੇਰੈਂਟਸ ਦੀ, ਭੈਣ ਭਰਾਵਾਂ ਦੀ ਹੈ, ਇੱਥੇ ਵੀ 20 ਘੰਟੇ ਸਿਰਫ ਉਹ ਕੰਮ ਕਰ ਸਕਦੇ ਨੇ। 20 ਘੰਟੇ ਤੋਂ ਜ਼ਿਆਦਾ ਕਰਦੇ ਨੇ ਤੇ ਫਿਰ ਕਾਲਜ ਜਾ ਕੇ ਉਹਨੂੰ ਨੀਂਦ ਆਉਂਦੀ ਹੈ। ਉੱਥੇ ਸੌਂਦੇ ਨੇ, ਉੱਥੇ ਕਲਾਸਾਂ ਦੀਆਂ ਮਿਸ ਹੁੰਦੀਆਂ ਤੇ ਫਿਰ ਉਹਦੀਆਂ ਹਾਜ਼ਰੀਆਂ ਘਟਦੀਆਂ। ਤੇ ਬਹੁਤ ਮੈਨੂੰ ਇਹ ਲੱਗਦਾ ਕਿ ਅੱਧਿਓਂ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਉਹ ਦੂਜੇ ਸਾਲ ਡਰੋਪ ਆਊਟ ਜਾਂ ਤੀਜੇ ਸਾਲ ਹੋ ਜਾਂਦੇ ਨੇ। ਅੱਧੇ ਕਿ ਜਿਹੜੇ ਆਪਣੀ ਡਿਗਰੀ ਕਰਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਲੈਂਦੇ ਨੇ, ਉਹਨਾਂ ਦੀਆਂ ਵੀ ਪ੍ਰੋਬਲਮ ਆਪਾਂ ਨੂੰ ਸਮਝੀਏ। ਔਰ ਸਟੂਡੈਂਟਸ ਨੂੰ ਵੀ ਆਪਾਂ ਆਪਣੇ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਇਸ ਮੁਲਕ ਦੇ ਵਿੱਚ ਜੇ ਇੱਕ ਵਾਰੀ ਤੁਹਾਡਾ ਰੈਕਡ ਖਰਾਬ ਹੋ ਗਿਆ, ਉਹ ਰੈਕਡ ਜਿਹੜਾ ਤੁਹਾਡਾ ਬੇਸ਼ੱਕ ਬੈਂਕ ਦਾ ਹੋਵੇ, ਕ੍ਰੈਡਿਟ ਦਾ ਹੋਵੇ, ਜਾਂ ਤੁਹਾਡਾ ਕਿਸੇ ਲਾਅ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੋ ਗਈ, ਔਰ ਫਿਰ ਬੜਾ ਮੁਸ਼ਕਿਲ ਹੋ ਜਾਏਗਾ। ਨਾ ਤੁਹਾਨੂੰ ਇਮੀਗ੍ਰੇਸ਼ਨ ਮਿਲੇਗੀ ਤੇ ਜੀਵਨ ਭਰ ਫਿਰ ਤੁਸੀਂ ਕਿਸੇ ਚੰਗੀ ਜੌਬ ਤੇ ਵੀ ਨਹੀਂ ਲੱਗ ਸਕੋਗੇ। ਮੈਂ ਸਮਝਦਾ ਕਿ ਸਾਨੂੰ ਹੀ ਜ਼ਿਆਦਾ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ, ਸਹਿਯੋਗ ਕਰਨ ਦੀ ਲੋੜ ਹੈ। ਤੇ ਬੱਚੇ ਨਹੀਂ ਸਹੀ ਸਮਝਾਵਾਂਗੇ ਤੇ ਸ਼ਾਇਦ ਸਮਝ ਜਾਣਗੇ ਜੀ। 3 ਲਾਸਟ ਕਾਲਸ ਲੈ ਕੇ ਤਾਂ ਆਪਾਂ ਫਿਰ ਸਮਾਪਤ ਕਰ ਦਿੰਦੇ ਜੀ ਸਾਡੀ ਇਸ ਗੱਲਬਾਤ ਨੂੰ। ਸ਼ਹਿਜ਼ਾਦ ਜੀ ਨੇ ਸਾਡੇ ਅਗਲੇ ਕਾਲਰ। ਹੈਲੋ। ਹਾਂਜੀ, अस्सलाम वालेकुम ਤੇ ਸਤਿ ਸ਼੍ਰੀ ਅਕਾਲ ਜੀ। ਵਾਲੇਕੁਮ ਸਲਾਮ ਸਰ, ਸਤਿ ਸ਼੍ਰੀ ਅਕਾਲ ਸਰ। ਮੇਰਾ ਪੁਆਇੰਟ ਥੋੜਾ ਡਿਫਰੈਂਟ ਹੋਏਗਾ ਭਾਈ ਉਹਨਾਂ ਨਾਲੋਂ ਕਿ ਸਾਡਾ ਬੇਸਿਕਲੀ ਨਾ ਜਨਰੇਸ਼ਨ ਗੈਪ ਹੈ। ਜਨਰੇਸ਼ਨ ਗੈਪ ਜਿਹੜਾ ਵਾ ਉਹ ਇਸ ਲੈਵਲ ਤੱਕ ਪਹੁੰਚਿਆ ਕਿ ਅਸੀਂ ਦੋਵੇਂ ਧਿਰ ਜਿਹੜੇ ਨੇ ਨਾ, ਉਹ ਕੋਈ ਵੀ ਨੀਵਾਂ ਨਹੀਂ ਹੋਣਾ ਚਾਹੁੰਦਾ। ਸਟੂਡੈਂਟ ਆਏ ਨੇ, ਨਵੇਂ ਆਏ ਨੇ, ਉਹਨਾਂ ਨੂੰ ਇੱਥੇ ਰੂਲਸ ਦਾ ਨਹੀਂ ਆਈਡੀਆ। ਬਹੁਤ ਸਾਰੇ ਸਟੂਡੈਂਟ ਐਸੇ ਨੇ ਕਿ ਜਿਹੜੇ ਅਲਹਮਦੁਲਿਲਾ ਬਹੁਤ ਅੱਛੇ ਨੇ, ਮੈਜੋਰਿਟੀ ਅੱਛਿਆਂ ਦੀ ਹੈ, ਮੈਜੋਰਿਟੀ ਹਾਰਡ ਵਰਕ ਨੇ, ਮੈਜੋਰਿਟੀ ਕਹਿ ਲਓ ਕਿ ਜੌਬ ਵੀ ਕਰ ਰਹੇ ਨੇ, ਨਾਲ ਆਪਣੀ ਸਟੱਡੀ ਵੀ ਕੰਪਲੀਟ ਕਰ ਰਹੇ ਨੇ। ਔਰ ਕੁਝ ਕੁ ਐਸੇ ਨੇ ਜਿਹੜੇ ਕਹਿ ਲਓ ਕਿ ਜਿਹੜੇ ਉੱਥੇ ਨਿਕੰਮੇ ਸੀ, ਉਹ ਇੱਥੇ ਵੀ ਨਿਕੰਮੀ ਨੇ। ਤੇ ਉਹਨਾਂ ਦਾ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮਸ ਕ੍ਰੀਏਟ ਹੋ ਰਹੀ ਹੈ। ਸਾਨੂੰ ਉਹ ਜਿਹੜੇ ਕੁਛ ਹੈ ਨੇ ਨਾ, ਉਹਨਾਂ ਦੀ ਤਰਬੀਅਤ ਵਾਸਤੇ ਕੁਛ ਕਰਨਾ ਚਾਹੀਦਾ। ਔਰ ਇਹ ਬਿਲਕੁਲ ਅੱਛੀ ਗੱਲ ਆ ਕਿ ਤੁਸੀਂ ਇਹ ਵਿਸ਼ਾ ਰੱਖਿਆ ਔਰ ਵਿਸ਼ੇ ਤੇ ਕੋਈ ਕਹਿ ਲਓ ਕਿ ਸੋਚ ਵਿਚਾਰ ਹੋ ਰਹੀ ਹੈ। ਔਰ ਇਹ ਬੜੀ ਅੱਛੀ ਗੱਲ ਆ, ਇਹ ਹੋਣੀ ਚਾਹੀਦੀ ਹੈ ਕਿ ਸਾਡੇ ਹੀ ਨੌਜਵਾਨ ਨੇ, ਸਾਡੀ ਹੀ ਨਸਲ ਆ ਤੇ ਅਸੀਂ ਇਹਨੂੰ ਸੰਭਾਲਣਾ ਵਾ ਔਰ ਅਸੀਂ ਇਹਨਾਂ ਵਾਸਤੇ ਕੁਛ ਨਾ ਕੁਛ ਕਰਾਂਗੇ ਤੇ ਅੱਗੇ ਆ ਕੇ ਇਹ ਕੁਛ ਬਿਹਤਰ ਸਰਵਾਈਵ ਕਰ ਸਕਣਗੇ। ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਸਰ, ਥੈਂਕ ਯੂ, ਧੰਨਵਾਦ ਤੁਹਾਡੇ ਕਾਲ ਦੇ ਲਈ। ਵਿਰਕ ਸਾਹਿਬ ਨੇ ਅਗਲੇ ਕਾਲਰ 0340। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਡੇਲ ਸਾਹਿਬ ਤੇ ਤੁਹਾਡੇ ਸਾਰੇ ਪੈਨਲ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਮੈਂ ਤੁਹਾਡੀ ਡਿਸਕਸ਼ਨ ਸੁਣਦਾ ਸੀ ਤੇ ਤਕਰੀਬਨ 2-3 ਵਾਰੀ ਪਹਿਲਾਂ ਵੀ ਆਲਰੇਡੀ ਹੋ ਚੁੱਕੀ ਹੈ ਕਿ ਤਕਰੀਬਨ ਕਦੇ ਨਾ ਕਦੇ ਇਹ ਟੌਪਿਕ ਚੱਲਦਾ ਹੀ ਹੁੰਦਾ ਤੁਹਾਡੇ ਰੇਡੀਓ ਦੇ ਉੱਤੇ, ਕੋਈ ਨਾ ਕੋਈ ਹੋਸਟ ਲੈਂਦਾ ਹੀ ਹੁੰਦਾ। ਇਹ ਪ੍ਰੋਬਲਮ ਕੋਈ ਐਡੀ ਵੱਡੀ ਨਹੀਂ, ਉਹਦਾ ਮੇਰੇ ਮੁਤਾਬਕ ਜੇਕਰ ਇਹ +2 ਨੂੰ ਬੰਦ ਕਰਕੇ ਗ੍ਰੈਜੂਏਸ਼ਨ ਤੋਂ ਬਾਅਦ ਸੱਜਣ ਬੱਚਾ ਥੋੜ੍ਹਾ ਜਿਹਾ ਮੈਚਿਓਰ ਹੋ ਜਾਂਦਾ ਹੈ, ਜਿਹੜੀ ਥੋੜ੍ਹੀ ਬਹੁਤੀ ਪ੍ਰੋਬਲਮ ਹੈ ਉਹ ਬਿਲਕੁਲ ਖਤਮ ਹੋ ਜਾਏਗੀ। ਬਾਕੀ ਜਿਹੜੀ ਦੂਜੇ ਪਾਸੇ ਪ੍ਰੋਬਲਮ ਹੈ, ਸਾਡੇ ਲੋਕ ਵੀ ਜਿਹੜੇ ਪੁਰਾਣੇ ਬੈਠੇ ਨੇ ਥੋੜ੍ਹੇ ਬਹੁਤੇ ਇਹ ਵੀ ਜਦੋਂ ਗਲਤ ਉਹਨਾਂ ਨੂੰ ਦੱਸਦੇ ਤਾਂ ਉਹਨਾਂ ਨੂੰ ਲੱਗਦਾ ਵੀ ਸਿਸਟਮ ਹੀ ਇਹੋ ਜਿਹਾ। ਅਸੀਂ ਵੀ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਗੱਲ ਨਹੀਂ ਲਾਉਂਦੇ ਵੀ ਸਾਡੇ ਬੱਚੇ ਜਿਵੇਂ ਹੋਰ ਹੋ ਗਏ ਉਸ ਤਰ੍ਹਾਂ ਆ ਗਏ ਇਸ ਤਰ੍ਹਾਂ ਕਰਦੇ, ਅਸੀਂ ਗੱਲ ਲਾਈਏ। ਅਸੀਂ ਜੇ ਬੱਚਾ ਕੋਈ ਗਲਤ ਕਰਦਾ ਉਹਨੂੰ ਕਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਦੀ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਦੂਜਾ ਇਹ ਓਰੀਐਂਟੇਸ਼ਨ ਜ਼ਰੂਰ ਹੋਣਾ ਚਾਹੀਦਾ, ਹਫ਼ਤਾ 10 ਦਿਨ ਜੇ ਨਹੀਂ ਹੋ ਸਕਦਾ ਘੱਟੋ ਘੱਟ ਜੋ ਲੈਟਿੰਗ ਪੇਪਰ ਦਿੰਦੇ ਆ ਇੱਥੇ ਉਹਨਾਂ ਨੂੰ ਤਾਂ ਦੇ ਸਕਦੇ ਨੇ ਉਦੋਂ, ਜਿਹੜਾ ਕਿ ਪੇਪਰ ਉਹਨਾਂ ਨੂੰ ਬੜਾ ਸਖਤ ਇੰਸਟਰਕਸ਼ਨ ਦੇ ਵਿੱਚ ਕਹਿ ਦੇਣਗੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ, ਤੁਹਾਡੇ ਰਾਈਟਸ ਨੇ, ਤੁਹਾਡੀਆਂ ਡਿਊਟੀਜ਼ ਨੇ। ਤਾਂ ਮੇਰਾ ਖਿਆਲ ਹੈ ਵੀ ਜਿਹੜਾ ਬੱਚਾ ਜਿਹੜਾ ਗ੍ਰੈਜੂਏਸ਼ਨ ਕਰਕੇ ਆਇਆ ਉਹਨੂੰ ਸਭ ਕੁਛ ਪਤਾ ਹੁੰਦਾ, ਪੂਰਾ ਮੈਚਿਓਰ ਹੋ ਜਾਂਦਾ। ਮੇਰਾ ਖਿਆਲ ਥੋੜ੍ਹੀ ਜਿਹੀ ਪ੍ਰੋਬਲਮ ਇਹ ਹੈ ਅਤੇ ਬਾਕੀ ਸਾਡੀ ਕਮਿਊਨਿਟੀ ਵਾਲੇ ਥੋੜ੍ਹੀ ਜਿਹੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਗੱਲ ਨਹੀਂ ਲਾਇਆ। ਬਾਕੀ ਇਹ ਸਾਡੇ ਵਾਸਤੇ ਬਹੁਤ ਵਧੀਆ ਸੈਟਸ ਹੈ, ਮੇਰੇ ਆਪਣਾ ਖਿਆਲ ਹੈ। ਬਾਕੀ ਤੁਹਾਡੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਸ਼ੁਕਰੀਆ ਸਰ ਜੀ, ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਨਿਰੰਕਾਰ ਵੀਰ ਅਗਲੇ ਕਾਲਰ ਸਾਡੇ 1521 ਨੰਬਰ। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਲੌਂਗ ਟਾਈਮ ਸਰ, ਨਿਰੰਕਾਰ ਬੋਲਦਾ ਜੀ। ਜੀ ਨਿਰੰਕਾਰ, ਕੀ ਵਿਚਾਰ ਨੇ ਤੁਹਾਡੇ ਸਾਡੇ ਅੱਜ ਦੇ ਟੌਪਿਕ ਜੀ? ਆਪਣੇ ਪਤਾ ਕੀ ਗੱਲ ਆ ਗਿੱਲ ਸਾਹਿਬ, ਸਾਡੀ ਕਮਿਊਨਿਟੀ ਨਾ ਪਹਿਲੀ ਗੱਲ ਤਾਂ ਇਹ ਵੀ ਜਿੱਦਾਂ ਹੁਣ ਮੰਨ ਲਓ 2 ਮੁੰਡੇ ਆ ਉਹ ਤੁਰੇ ਜਾਂਦੇ ਯੰਗ ਆ, ਜਿੱਦਾਂ 16 ਸਾਲ ਦੀ ਉਮਰ ਲਾ ਲਓ, ਠੀਕ ਆ। ਇੱਕ ਐਗਜ਼ਾਮਪਲ ਦਿੰਦਾ, ਉਹ ਛੋਟੀ ਜੀ ਉਮਰ ਏਦਾਂ ਦੀ ਆ, ਹੱਸਣ ਖੇਡਣ ਡਏ ਆ, ਉਹਨਾਂ ਨੇ ਜਮਾਵਾਂ ਪਾਈਆਂ ਇੱਕ ਦੂਜੇ ਤੇ ਗੱਲਾਂ ਕਰ ਹੱਸਣ ਡਏ, ਕਿਉਂਕਿ ਉਹਨਾਂ ਦਾ ਟਾਈਮ ਆ। ਤੇ ਪੰਜਾਬੀ ਬੰਦਾ ਕੋਈ ਸਿਆਣਾ ਬੈਠਾ ਨਾ ਗੱਡੀ 'ਚ, ਉਹਨਾਂ ਨੂੰ ਵੇਖ ਵੇਖ ਕੇ ਮਨ 'ਚ ਗਾਲਾਂ ਕੱਢੀ ਜਾਂਦਾ, ਜਾਂ ਲਾਗੇ ਬੈਠੀ ਉਹਦੀ ਘਰ ਵਾਲੀ ਉਹਨਾਂ ਨੂੰ ਕੋਈ ਵੇਖ ਕੀ ਕਰਦੇ। ਮਤਲਬ ਕਹਿੰਦਾ ਕਿ ਯਾਰ ਤੁਸੀਂ ਉਹਨਾਂ ਨੂੰ ਲੀਵ them alone ਕਿ ਆਪਣਾ ਬਿਜ਼ਨਸ ਕਰੋ, ਤੁਸੀਂ ਆਪਣਾ ਕੰਮ ਕਰੋ, ਉਹਨਾਂ ਨੂੰ ਕਿਉਂ ਇੱਦਾਂ। ਸਾਡੀ ਕਮਿਊਨਿਟੀ ਜਿੱਦਾਂ ਇੱਦਾਂ ਦੂਜੇ ਦੇ ਆਪਣੇ ਕੰਮਾਂ 'ਚ ਟੰਗ ਅੜਾਉਣੀ ਛੱਡ ਦੂਗਾ ਨਾ, ਅੱਧਾ ਕੰਮ ਤਾਂ ਉਦੋਂ ਠੀਕ ਹੋ ਜਾਣਾ। ਠੀਕ ਹੈ ਗੱਲ ਹੁਣ ਕਿਸੇ ਨੇ ਕੰਨਾਂ 'ਚ ਨਦੀਆਂ ਪਾਈਆਂ ਤੇ ਬੰਦਾ ਐਵੇਂ ਵੇਖ ਵੇਖ ਉਹਨੂੰ ਵੀ ਯਾਰ ਉਹਨੂੰ ਨਹੀਂ। ਪਰ ਆਪਾਂ ਨਿਰੰਕਾਰ ਭਾਈ ਸੌਰੀ, ਮੈਨੂੰ ਲੱਗਦਾ ਇਹਦੇ ਨਾਲ ਨਾ ਟੌਪਿਕ ਅਸੀਂ ਹੋਰ ਪਾਸੇ ਨੂੰ ਚੱਲ ਜਾਣਾ। ਪਰ ਗੱਲ ਇਹ ਹੈ ਕਿ ਅਸੀਂ ਠੀਕ ਹੈ ਕਈ ਥਾਵਾਂ ਦੇ ਉੱਪਰ ਮੈਂ ਸਹਿਮਤ ਹਾਂ। ਦੂਜੀ ਗੱਲ ਤੇ ਵੀ ਆ ਰਿਹਾ ਉਸੇ ਤੇ। ਹਾਂਜੀ, ਬੱਚਿਆਂ ਨੂੰ ਕੀ ਹੈ, ਸਿਰਫ ਗਾਈਡੈਂਸ ਦੀ ਲੋੜ ਹੈ ਥੋੜੀ ਜਿਹੀ। ਇਹਨਾਂ ਨੂੰ ਪੈਰ ਪੈਰ ਤੇ ਇਹਨਾਂ ਦੀ ਗਾਈਡੈਂਸ ਹੁੰਦੀ ਰਹੇ। ਜਿੱਦਾਂ ਹੁਣ ਅਮਰਜੋਤ ਹੁਣੀ ਆਏ ਸੀ ਜਦੋਂ, ਹੁਣ ਬੇਲੋ ਉਹਨਾਂ ਨੂੰ ਸ਼ੁਰੂ ਤੋਂ ਜਿੱਦਾਂ ਜਿੱਦਾਂ ਟਾਈਮ ਗਿਆ ਉਦਾਂ ਗਾਈਡੈਂਸ ਉਹਨੂੰ ਗੱਡੀ ਚਾਹੀਦੀ ਸੀ, ਮੈਂ ਉਹਨੂੰ ਪੁਰਾਣੀ ਗੱਡੀ ਲੈ ਕੇ ਦਿੱਤੀ, ਥੋੜੀ ਚੱਲੀ ਲੈ ਕੇ ਦਿੱਤੀ, ਨਾਲੇ ਉਹਦਾ ਸ਼ੌਂਕ ਪੂਰਾ ਹੋ ਗਿਆ, ਨਾਲੇ ਉਹਨੂੰ ਕਿਸ਼ਤਾਂ ਜਿਹੜੀਆਂ ਸੌਖੀਆਂ ਹੋਈਆਂ ਉਹਦੀਆਂ। ਤੇ ਅੱਜ ਵੈਲ ਸੈਟਲਡ ਆ, ਆਪਣਾ MPP ਬਣਿਆ। ਦੇਖੋ ਉਹਦੇ ਜਿੰਨੇ ਫਰੈਂਡਸ ਆ ਉਹ ਵੀ ਇੱਥੇ ਸਟੂਡੈਂਟ ਆਏ ਸੀਗੇ, ਸਾਰਿਆਂ ਨੇ ਘਰ ਲਏ ਆਪਣੀਆਂ ਵਾਈਫ, ਉਹਨਾਂ ਦੇ ਬੱਚੇ ਸਾਰੇ ਬਹੁਤ ਵਧੀਆ ਵੈਲ ਸੈਟਲਡ ਆ। ਸਿਰਫ ਇਹ ਕਿ ਇਹਨਾਂ ਨੂੰ ਥੋੜੀ ਥੋੜੀ ਗਾਈਡੈਂਸ ਦੀ ਲੋੜ ਆ ਪੈਰ ਪੈਰ ਤੇ। ਬਾਕੀ ਇਹ ਕਿ ਦਾਣਾ ਪਾਣੀ ਜਿਹੜਾ ਕੋਈ ਬੰਦਾ ਆਪਣਾ ਲਿਖਾ ਕੇ ਉਹਨੇ ਜਿੱਥੇ ਲਿਖਿਆ ਜਿੰਨਾ ਲਿਖਿਆ ਉਹਨੂੰ ਖਾਣਾ ਪੈਣਾ ਉਹਨਾਂ। ਬਾਕੀ ਉਹ ਜਿਹੜਾ ਇੰਡੀਆ ਤੋਂ ਜਿੱਦਾਂ ਹੁਣ ਆਈਲੈਟਸ ਜ਼ਰੂਰੀ ਕੀਤਾ ਹੁੰਦਾ, ਉਹਦੇ ਨਾਲ ਇੱਕ ਤਾਂ ਪੇਪਰ ਹੋਰ ਲੱਗਦਾ ਨਾ, ਉਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਕਿ ਤੁਹਾਡੇ ਰੂਲਸ ਆ ਰੈਗੂਲੇਸ਼ਨ ਕੀ ਆ, ਕਿੱਦਾਂ ਉੱਥੇ ਰਹਿਣਾ, ਕੀ ਹਿਸਾਬ ਕਿਤਾਬ ਆ, ਉਹਨਾਂ ਨੂੰ ਪਹਿਲਾਂ ਥੋੜ੍ਹਾ ਜਿਹਾ ਗਿਆਨ ਹੋਵੇ। ਬਾਕੀ ਉੱਥੇ ਬੰਦੇ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ 2-4 ਸਾਲ ਉੱਥੇ ਕੋਈ ਫਿਜ਼ੀਕਲ ਕੰਮ ਜ਼ਰੂਰ ਕਰ ਲੈਣਾ ਚਾਹੀਦਾ ਨਾਲ ਸ਼ੁਰੂ, ਵੀ ਉਹਨਾਂ ਨੂੰ ਨਾ ਇੱਥੇ ਆ ਕੇ ਜਦੋਂ ਆਪਣੇ ਵਿਹਲੇ ਰਹਿੰਦੇ ਮੁੰਡੇ ਤੇ ਇੱਥੇ ਕੰਮ ਕਰਨਾ ਪੈਂਦਾ ਨਾ, ਆ ਕੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਠੀਕ ਹੈ ਜੀ। ਮੈਂ ਜਦੋਂ ਇੱਥੇ ਆਇਆ ਤੇ ਮੈਨੂੰ ਘਰਦਿਆਂ ਨੂੰ ਗੱਡੀਆਂ ਦਾ ਕੰਮ ਸਿੱਖਣ ਲੱਗ ਪਿਆ, ਤੇ ਮੇਰਾ ਹੱਥ ਖੁੱਲ ਗਏ ਨਾਲੇ, ਤੇ ਨਾਲੇ ਮੈਨੂੰ ਕੰਮ ਕਰਨ ਦੀ ਆਦਤ ਪੈ ਗਈ। ਇੱਥੇ ਆ ਕੇ ਫਿਰ ਮਹਿਸੂਸ ਨਹੀਂ ਹੋਇਆ ਜਿੱਦਾਂ ਮੈਨੂੰ, ਨਹੀਂ ਤਾਂ ਆਪਣੇ ਨਿਆਣੇ ਭੱਜੂ ਹੋ ਜਾਂਦੇ ਕੰਮ ਤੋਂ ਨਾ, ਕਿਉਂਕਿ ਉੱਥੇ ਕੀਤਾ ਕੁਝ ਨਹੀਂ ਹੁੰਦਾ ਸਾਰਾ ਦਿਨ। ਠੀਕ ਹੈ ਬ੍ਰਦਰ, ਠੀਕ ਹੈ ਜੀ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਸੋ ਦੋਸਤੋ ਮੈਂ ਹੁਣ ਹੋਰ ਬੇਨਤੀ ਕਰਦਾ ਕਿ ਹੋਰ ਕਾਲਸ ਨਾ ਕਰਿਓ, 2 ਕਾਲਸ ਨੇ ਹੋਰ, ਇਹੀ ਇੱਕ ਸ਼ਰਮਾ ਜੀ ਲਿਖਿਆ ਆ ਰਿਹਾ, ਇੱਕ ਸੰਦੀਪ, ਇਹ 2 ਕਾਲਸ ਲੈ ਕੇ ਤੇ ਫਿਰ ਅਸੀਂ ਸਮਾਪਤ ਕਰਦੇ ਹਾਂ। ਹਾਂਜੀ ਸ਼ਰਮਾ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਕੀ ਹਾਲ ਚਾਲ ਆ? ਬਹੁਤ ਵਧੀਆ ਸਰ, ਥੈਂਕ ਯੂ। ਤੁਹਾਡੇ ਕੀ ਵਿਚਾਰ ਨੇ ਸਰ ਅੱਜ ਦੀ ਗੱਲਬਾਤ ਤੇ? ਗਿੱਲ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬੜੀ ਵੱਡੀ ਕਮਿਊਨਿਟੀ ਦੀ ਸੇਵਾ ਹੋ ਰਹੀ ਜੀ ਇਸ ਤਰੀਕੇ ਦੇ ਨਾਲ, ਤੇ ਜਿਹੜੇ ਸੱਜਣ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ, ਵਾਲ ਸਾਹਿਬ ਦਾ ਬੜਾ ਧੰਨਵਾਦ ਜੀ। ਤੇ ਮੇਰਾ ਤਾਂ ਇੱਕ ਵਿਚਾਰ ਇਹ ਆ ਜੀ ਵੀ ਬੱਚੇ ਜਿਹੜੇ ਆ ਜੀ ਉਹਨਾਂ ਲਈ ਇੱਕ ਆਈਲੈਟ ਦਾ ਐਗਜ਼ਾਮ ਪਾਸ ਕਰਨਾ ਵੀਜ਼ਾ ਲੈਣ ਤੋਂ ਪਹਿਲਾਂ ਬੜਾ ਜ਼ਰੂਰੀ ਆ, ਤੇ ਉਹਦੇ ਨਾਲ ਇੱਕ ਐਗਜ਼ਾਮ ਅਗਰ ਇਹ ਰੱਖ ਦੇਣ ਪਏ ਵਾਟ ਆਰ ਯੂਰ ਡਿਊਟੀਜ਼ ਐਂਡ ਦਾ ਰਾਈਟਸ ਓਵਰ ਦੇਅਰ। ਹਾਂਜੀ।
ਤੇ ਇੱਕ ਐਗਜ਼ਾਮ ਇਹ ਪਾਸ ਕਰਕੇ ਬੱਚੇ ਆਉਣ ਤਾਂ ਭਾਵੇਂ ਉਹਨਾਂ ਨੂੰ ਕਮ ਸੇ ਕਮ ਇਹ ਪਤਾ ਆ ਕਿ ਅਸੀਂ ਸਾਡੀ ਆਹ ਡਿਊਟੀਜ਼ ਹੈਗੇ ਆ, ਸਾਡੇ ਉੱਥੇ ਰਾਈਟਸ ਹੈਗੇ ਆ, ਤੇ ਉਹਨੂੰ ਉਹ ਫੋਲੋ ਜ਼ਰੂਰ ਕਰਨਗੇ। ਹੁਣ ਉਹ ਜਦੋਂ ਆਉਂਦੇ ਉਹਨਾਂ ਨੂੰ ਕੁਛ ਨਹੀਂ ਪਤਾ, ਉਹ ਇਹ ਸਮਝਦੇ ਵੀ ਅਸੀਂ ਤਾਂ ਇੱਕ ਐਸੇ ਦੇਸ਼ ਚੱਲੇ ਜੀ ਜਿੱਥੇ ਜਾ ਕੇ ਅਸੀਂ ਰਾਜ ਕਰਨਾ। ਠੀਕ ਹੈ ਜੀ, ਠੀਕ ਹੈ ਸਰ, ਬਹੁਤ ਮਿਹਰਬਾਨੀ। ਅੱਛਾ ਇੱਕ ਚੀਜ਼ ਸਾਨੂੰ ਅਪਰੋਚ ਗਵਰਨਮੈਂਟ ਦਾ ਹੀ ਕਰਨਾ ਚਾਹੀਦਾ ਵੀ ਕਿ ਐਗਜ਼ਾਮ ਉੱਥੇ ਰੱਖੋ। ਠੀਕ ਹੈ ਜੀ। ਤੇ ਵੀਜ਼ਾ ਦੇਣ ਤੋਂ ਪਹਿਲਾਂ ਆਈਲੈਟ ਕਰਨ, ਉਹ ਤੋਂ ਬਾਅਦ ਇੱਕ ਟੈਸਟ ਇਹ ਹੋਵੇ ਵੀ ਤੁਹਾਡੇ ਰਾਈਟ ਕੀ ਆ ਤੇ ਤੁਹਾਡੀਆਂ ਡਿਊਟੀਜ਼ ਕੀ ਆ। ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਮੈਂ ਦੋਸਤੋ ਬੇਨਤੀ ਕਰਦਾ ਜੀ ਹੋਰ ਕਾਲਸ ਨਾ ਕਰਿਓ, ਇੱਕ ਕਾਲ ਹੋਰ ਆ ਗਈ, ਇਸ ਤੋਂ ਬਾਅਦ ਸੰਦੀਪ ਤੇ ਫਿਰ 0891, ਇਹੀ 2 ਕਾਲਸ ਲਵਾਂਗੇ। ਤੇ ਪਰ ਅਰੋੜਾ ਸਾਹਿਬ ਇੱਕ ਤੁਹਾਡੇ ਕੋਲ ਪਹਿਲਾਂ ਆਉਣਾ, ਕਿਤੇ ਸਾਡੀ ਗੱਲ ਦੇ ਵਿੱਚੋਂ ਇੰਪ੍ਰੈਸ਼ਨ ਇਹ ਤਾਂ ਨਹੀਂ ਜਾ ਰਿਹਾ ਬਾਹਰ ਕਿ ਸਿਰਫ ਔਰ ਸਿਰਫ ਅਸੀਂ ਸਟੂਡੈਂਟਸ ਦੀ ਪ੍ਰੋਬਲਮ ਨੂੰ ਤੇ ਉਹਨਾਂ ਦੇ ਸੋਲਿਊਸ਼ਨਸ ਨੂੰ ਦੱਸਣ ਦੀ ਗੱਲ ਕਰੀ ਜਾ ਰਹੇ ਹਾਂ। ਅਸੀਂ ਜਿਹੜੀਆਂ ਇੱਥੋਂ ਦੇ ਸਾਡੇ ਸਿਟੀਜ਼ਨਸ ਜਾਂ PR ਜਾਂ ਜਿਹੜੇ ਲੈਂਡਲੋਰਡਸ ਜਾਂ ਐਮਪਲੋਇਰਸ ਨੇ, ਉਹਨਾਂ ਦੇ ਐਂਡ 'ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਕਿਤੇ ਅਸੀਂ ਉਹਨਾਂ ਨੂੰ ਗ੍ਰੀਨ ਚਿੱਟ ਤਾਂ ਨਹੀਂ ਦੇਈ ਜਾਂਦੇ ਅਰੋੜਾ ਸਾਹਿਬ? ਜੀ ਬਿਲਕੁਲ ਨਹੀਂ ਜੀ, ਦੇਖੋ ਮੇਰੇ ਖਿਆਲ ਅਸੀਂ ਬਿਲਕੁਲ ਬੈਲੈਂਸਡ ਗੱਲ ਕੀਤੀ ਹੈ ਕਿ ਅਸੀਂ ਦੋਵੇਂ ਪਾਸੇ ਪ੍ਰੋਬਲਮਸ ਨੇ, ਦੋਨਾਂ ਤਰ੍ਹਾਂ ਦੀ ਪ੍ਰੋਬਲਮ, ਪਰ ਜਿਹੜੀ ਖਾਸ ਤੌਰ ਸਟੂਡੈਂਟਸ ਦੀ ਜਿਹੜੀ ਪ੍ਰੋਬਲਮ ਹੈ, ਮੈਂ ਥੋੜ੍ਹੀ ਜਿਹੀ ਗੱਲ ਨਾਲ ਇਹਨੂੰ ਇਸ ਤਰ੍ਹਾਂ ਕਹਿਣਾ ਚਾਹੁੰਦਾ ਕਿ ਸਾਡੇ ਬਹੁਤੇ ਜਿਹੜੇ ਸਟੂਡੈਂਟਸ ਕੈਨੇਡਾ ਆਉਂਦੇ ਨੇ ਇੰਡੀਆ ਤੋਂ, ਥੋੜ੍ਹਾ ਜਿਹਾ ਉਹਨਾਂ ਨੂੰ ਸਟੂਡੈਂਟ ਵੀਜ਼ਾ ਦਿੱਤਾ ਜਾਂਦਾ ਹੈ, ਪਰ ਉਹਨਾਂ ਦੀ ਇੰਟੈਂਟ ਕੁਛ ਹੋਰ ਹੈ। ਜੇ ਤੁਸੀਂ ਜ਼ਿਆਦਾਤਰ ਸਟੂਡੈਂਟਸ, ਮੈਂ ਤਾਂ ਨਹੀਂ ਕਹਿੰਦਾ 100% 90% ਮੇਰੇ ਕੋਲ ਪਰਸੈਂਟੇਜ ਦਾ ਕੋਈ ਨਹੀਂ ਹੈ, ਮੈਂ ਡੇਟਾ ਕ੍ਰੀਏਟ ਨਹੀਂ ਕਰਨਾ ਚਾਹੁੰਦਾ, ਪਰ ਬਹੁਤੇ ਸਟੂਡੈਂਟਸ ਤੁਸੀਂ ਪੁੱਛੋਗੇ ਤੁਸੀਂ ਇੱਥੇ ਆਏ ਕਾਹਦੇ ਵਾਸਤੇ, ਕਹਿੰਦੇ ਅਸੀਂ ਤਾਂ ਜੀ ਇੱਥੇ ਪੱਕੇ ਹੋਣ ਆਏ ਹਾਂ। ਹੁਣ ਉਹ 'ਚ ਕੋਈ ਮਾੜੀ ਗੱਲ ਨਹੀਂ ਹੈ ਇੰਟੈਂਟ ਉਹਦੇ 'ਚ, ਪਰ ਉਹਦੇ ਜਦੋਂ ਜਹਾਜ਼ ਤੋਂ ਉਤਰਦਿਆਂ ਸਾਰ ਉਹਨਾਂ ਦਾ ਸਾਰਾ ਜ਼ੋਰ ਲੀਗਲੀ ਜਾਂ ਇਲੀਗਲੀ ਕੰਮ ਕਰਨ ਦੇ ਵਿੱਚ ਲੱਗਿਆ ਹੁੰਦਾ ਹੈ। ਉਹਨਾਂ ਦਾ ਸਾਰਾ ਜ਼ੋਰ ਇਸ ਕੰਮ ਤੇ ਲੱਗਿਆ ਹੁੰਦਾ ਹੈ ਕਿ ਪੜ੍ਹਾਈ ਵਿੱਚ ਪਿੱਛੇ ਰਹਿ ਜਾਣ, ਪਰ ਕੰਮਕਾਰ 'ਚ ਪਿੱਛੇ ਨਾ ਰਹਿ ਜਾਣ, ਕਿਉਂਕਿ ਇਹਦੇ 'ਚ ਬਹੁਤ ਸਾਰੇ ਮਲਟੀ ਲੇਅਰਡ ਪ੍ਰੋਬਲਮ ਹੈ ਕਿ ਉਹਨਾਂ ਦੇ ਕੋਲ ਕੰਮ ਨਹੀਂ ਹੁੰਦਾ ਤੇ ਕਿਉਂਕਿ ਪੈਸੇ ਥੋੜ੍ਹੇ ਹੁੰਦੇ, ਇਸ ਕਰਕੇ ਕੰਮ ਕਰ ਲੈਂਦੇ ਘੱਟ ਰੇਟ ਤੇ ਕੰਮ ਕਰਦੇ। ਇਸ ਕਰਕੇ ਕੈਨੇਡੀਅਨ ਇੰਪਲੋਇਰਸ ਭਾਵੇਂ ਪੁਰਾਣੇ ਆਏ ਪੰਜਾਬੀ ਮੂਲ ਦੇ ਲੋਕ ਨੇ ਜਾਂ ਕੋਈ ਹੋਰ ਕਿਸੇ ਮੂਲ ਦੇ ਲੋਕ ਨੇ, ਉਹਨਾਂ ਨੂੰ ਐਕਸਪਲੋਇਟ ਕਰਦੇ ਨੇ। ਸੋ ਐਕਸਪਲੋਇਟ ਹੋਣ ਵਾਲਾ ਵੀ ਜਹਾਜ਼ ਚੜ੍ਹਨ ਤੋਂ ਪਹਿਲਾਂ ਤਿਆਰ ਹੋ ਕੇ ਆਇਆ ਹੁੰਦਾ, ਐਕਸਪਲੋਇਟ ਕਰਨ ਵਾਲਾ ਤਾਂ ਪਹਿਲਾਂ ਹੀ ਤਿਆਰ ਬੈਠਾ ਹੈ ਕਿ ਮੈਨੂੰ ਘੱਟ ਰੇਟ ਤੇ ਕੰਮ ਕਰਨ ਵਾਲਾ ਬੰਦਾ ਮਿਲ ਰਿਹਾ। ਸੋ ਜਿਹੜਾ ਸਿਸਟਮ ਹੈ, ਸਿਸਟਮ ਫਲॉड ਹੈ ਕਿ ਇਮੀਗ੍ਰੇਸ਼ਨ ਇੰਨੀ ਕੁ ਸੁਖਾਲੀ ਕਰ ਦਿੱਤੀ ਕਿ ਸਟੂਡੈਂਟ ਆ ਗਿਆ ਤੂੰ ਵਰਕ ਪਰਮਿਟ ਮਿਲ ਗਿਆ, ਇਮੀਗ੍ਰੇਸ਼ਨ ਹੋ ਗਈ। ਇਹ ਪਲਾਨ ਇੰਨਾ ਕੁ ਕਲੀਅਰ ਇੰਡੀਆ ਤੋਂ ਜਦੋਂ ਚੜ੍ਹਦੇ ਨੇ ਜਹਾਜ਼, ਉਹਨਾਂ ਨੂੰ ਕਲੈਰਿਟੀ ਨਾਲ ਸਮਝਾਤਾ ਜੀ ਵੀ ਤੁਸੀਂ ਇੱਥੇ ਇਮੀਗ੍ਰੇਸ਼ਨ ਲੈਣ ਚੱਲੋ, ਪੜ੍ਹਨ ਪੁੜਨ ਦਾ ਕੋਈ ਮਤਲਬ ਨਹੀਂ। ਮੈਂ ਰੀਸੈਂਟ ਤੋਂ ਇੱਕ ਗੱਲ ਦੱਸਣਾ ਜੀ, ਮੈਂ ਕਿਸੇ ਨੂੰ ਸਟੂਡੈਂਟ ਨੂੰ ਮਿਲਿਆ, ਮੈਂ ਉਹਨੂੰ ਕੋਈ ਕਿਰਾਏ ਤੇ ਪ੍ਰਾਪਰਟੀ ਚਾਹੀਦੀ ਸੀ, ਮੈਂ ਉੱਥੇ ਵੀ ਕਿਹੜਾ ਕੋਰਸ ਕਰਾਂਗੇ, ਕਹਿੰਦੇ ਸਭ ਤੋਂ ਸੌਖਾ ਕੋਰਸ ਕਰ ਰਿਹਾ। ਕਹਿੰਦਾ ਮੈਂ ਕਿਹੜਾ ਜੀ, ਆਫਿਸ ਮੈਨੇਜਮੈਂਟ। ਮੈਂ ਕਿਹੜੇ ਕਾਲਜ? ਕਹਿੰਦਾ ਜੀ ਮੈਂ ਆਇਆ ਤਾਂ ਇੰਡੀਆ ਤੋਂ ਕੋਈ ਹੋਰ ਕੋਰਸ ਕਰਨ ਸੀਗਾ, ਤੇ ਪਰ ਹੋਇਆ ਕਿ ਜਦੋਂ ਮੈਂ ਇੱਥੇ ਆਇਆ ਤੇ ਮੈਂ ਤਾਂ ਇੱਥੇ ਆ ਕੇ ਜੀ ਕਾਉਂਸਲਰ ਨੂੰ ਮਿਲ ਲਿਆ। ਮੈਂ ਕਿਹਾ ਜੀ ਮੈਂ ਤਾਂ ਮੈਨੂੰ ADHD ਹੈ ਜੀ, ਮੈਂ ਤਾਂ ਪਾਗਲ ਹੋ ਜਾਣਾ, ਬਿਮਾਰ ਹੋ ਜਾਣਾ, ਮੈਂ ਸੁਸਾਈਡਲ ਫੀਲ ਕਰ ਰਿਹਾ। ਕਹਿੰਦੀ ਫਿਰ ਇੱਦਾਂ ਕਰ ਤੂੰ ਕੋਰਸ ਸੌਖਾ ਲੈ ਲੈ। ਉਹਦੇ ਕੋਲ ਉੱਥੋਂ ਇਮੀਗ੍ਰੇਸ਼ਨ ਲੈਣ ਵਾਸਤੇ, ਮਾਫ ਕਰਨਾ, ਸਟੂਡੈਂਟ ਵੀਜ਼ਾ ਲੈਣ ਵਾਸਤੇ ਕੋਈ ਔਖਾ ਕੋਰਸ ਲੈ ਲਿਆ, ਇੱਥੇ ਆਣ ਕੇ ਕੋਰਸ ਸੌਖਾ ਕਰਾ ਲਿਆ। ਮੈਂ ਕਿਹਾ ਹੁਣ ਕਿ ਇਹ ਸੌਖਾ ਕਿਵੇਂ ਹੈ? ਕਹਿੰਦਾ 80% ਸਾਡੇ ਅਸਾਈਨਮੈਂਟ ਦੇ ਨੰਬਰ, 20% ਸਾਡੇ ਫਾਈਨਲ ਐਗਜ਼ਾਮ ਦੇ ਨੰਬਰ ਹੈ, ਇਸ ਕਰਕੇ ਕੰਮ ਕੁਮ ਕਰੀ ਜਾਈਦਾ। ਕਹਿੰਦਾ ਐਗਜ਼ਾਮ ਤਾਂ ਆਪੇ ਪਾਸ ਹੋ ਜਾਂਦੇ, ਅਸਾਈਨਮੈਂਟ ਆ ਕਾਪੀ ਕਰ ਲਈ, ਐਗਜ਼ਾਮ ਪਾਸ ਹੋ ਜਾਂਦੇ। ਇਹ ਉਹਦੀ ਆਪਣੀ ਸਟੇਟਮੈਂਟ ਹੈ ਬੱਚੇ ਦੀ। ਕਾਹਦੇ ਲਈ? ਕਿਉਂਕਿ ਜੀ ਸਾਡੀ ਮੇਰੀ ਇੰਟੈਂਟ ਤਾਂ ਸਿਰਫ ਇਮੀਗ੍ਰੇਸ਼ਨ ਲੈਣਾ। ਸੋ ਜਦੋਂ ਨੀਅਤ ਮਾੜੀ ਨਾਲ ਅਸੀਂ ਕੋਈ ਕੰਮ ਕਰਾਂਗੇ ਨਾ, ਚਾਹੇ ਉਹ ਸਟੂਡੈਂਟ ਦੇ ਐਂਡ ਤੇ ਚਾਹੇ ਉਹ ਇੰਪਲੋਇਰ ਦੇ ਐਂਡ ਤੇ ਹੈ, ਉਹ ਕੰਮ ਕਦੀ ਸਹੀ ਹੋ ਹੀ ਨਹੀਂ ਸਕਦਾ। ਸੋ ਇਹਦੇ ਵਿੱਚ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਜਾਂ ਸਟੂਡੈਂਟ ਵੀਜ਼ਾ ਦਾ ਜਿਹੜਾ ਪ੍ਰੋਸੈਸ ਹੈ ਉਹ ਫਲॉड ਹੈ, ਉਹਨੂੰ ਗਰਾਊਂਡ ਲੈਵਲ ਤੇ ਫਿਕਸ ਕਰਨ ਦੀ ਲੋੜ ਹੈ, ਤਾਂ ਇਹ ਪ੍ਰੋਬਲਮ ਫਿਕਸ ਹੋਣੀ ਹੈ। ਮੇਰੇ ਤੁਹਾਡੇ ਡਿਸਕਸ਼ਨ ਕਰਨ ਵਾਲੇ ਪ੍ਰੋਬਲਮ ਸ਼ਾਇਦ ਇਨੀਸ਼ੀਏਟਿਵ ਫਿਕਸ ਨਾ ਹੋ ਸਕੇ। ਬਿਲਕੁਲ ਠੀਕ ਹੈ ਸਰ, ਇਸੇ ਤਰ੍ਹਾਂ ਹੀ ਹੋਲਡ ਰੱਖਿਓ। ਤੇ ਹੁਣ ਮੈਂ ਕੁਇਕਲੀ ਇੱਕ ਸੰਦੀਪ ਹੋਰੀ, ਮੈਨੂੰ ਪਤਾ ਸਟੂਡੈਂਟ ਵੀ ਨੇ, ਤੇ ਉਹਨਾਂ ਦੇ ਕੋਲੋਂ ਲਾਸਟ ਕਾਲ ਲੈਣਾ, ਤੇ ਉਸ ਤੋਂ ਪਹਿਲਾਂ ਇੱਕ ਕਾਲਰ 0891, ਤੁਸੀਂ ਆਉਂਦੇ ਰਹੋ ਜੀ। ਹਾਂਜੀ ਗਿਲ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਤਾਂ ਟੌਪਿਕ ਤੁਸੀਂ ਬਹੁਤ ਵਧੀਆ ਲਿੱਤਾ ਹੈ ਜੀ ਸਰ, ਬਹੁਤ ਇਸ ਤੋਂ ਜਨਰੇਟ ਹੋਇਆ ਕਿਸੇ ਸੱਜਣ ਨੇ, ਚਲੋ ਐਜੂਕੇਟਡ ਦਿਮਾਗ ਨਾਲ ਕਹਿ ਦੀ ਕੋਈ ਗੱਲ, ਲੇਕਿਨ ਤੁਹਾਨੂੰ ਬਲ ਸਾਹਿਬ ਨੇ ਪੈਰਾਮੀਟਰ ਜਿਹੜੇ ਡਿਸਕਸ ਕੀਤੇ ਹੈ ਨਾ, ਮੈਂ ਸਮਝਦਾ ਬੇਸਿਕਲੀ ਪ੍ਰੋਬਲਮ ਉੱਥੇ ਖੜੀ ਹੈ ਸਾਰੀ ਜੀ। ਉਹ ਇਸ਼ੂਜ਼ ਨੂੰ ਟੈਕਲ ਕਰਨ ਦੀ ਲੋੜ ਹੈ, ਜਿੱਦਾਂ ਉਹਨਾਂ ਨੇ ਗਾਈਡਲਾਈਨ ਦਿੱਤੀ ਹੈ ਨਾ। ਸਾਡੀ ਕਮਿਊਨਿਟੀ 'ਚ ਬੜੇ ਸਿਆਣੇ ਲੋਕ ਹੈ ਬਲ ਸਾਹਿਬ, ਕਰਕੇ ਹੋਰ ਸੱਜਣ ਵੀ ਹੋ ਸਕਦੇ ਹੈ। ਤੇ ਬੇਸਿਕਲੀ ਇਸ ਪ੍ਰੋਬਲਮ ਇਹਦਾ ਮੈਗਨੀਟਿਊਡ ਬਹੁਤ ਵੱਡਾ ਹੈਗਾ, ਇਸ ਕਰਕੇ ਕਾਈਂਡਲੀ ਇਹਨੂੰ ਪ੍ਰੋਪਰ ਢੰਗ ਨਾਲ ਇਸ਼ੂ ਨੂੰ ਟੇਕ ਅਪ ਕੀਤਾ ਜਾਵੇ। ਤੇ ਇਹਨੂੰ ਟੌਪਿਕ ਵਾਈਜ਼ ਨਾ ਇਹ ਕਮਿਊਨਿਟੀ 'ਚ ਕਾਫੀ ਡਿਸਕਸ਼ਨ ਰਿਕੁਆਇਰਡ ਹੈ। ਮੈਂ ਤਾਂ ਜਿੰਨੇ ਕੁ ਲੋਕਾਂ ਨੂੰ ਇੱਥੇ ਮਿਲਿਆ ਸਟੂਡੈਂਟਸ ਵਗੈਰਾ ਨੂੰ, ਮੈਂ ਦੇਖਿਆ ਕਿ ਬੜੇ ਸਕਸੈਸਫੁਲ ਹੀ ਪੜ੍ਹ ਵੀ ਰਹੇ ਹੈ, ਪੜ੍ਹਨ ਤੋਂ ਬਾਅਦ ਨੌਕਰੀਆਂ ਵੀ ਕਰ ਰਹੇ ਹੈ, ਨੌਕਰੀਆਂ ਕਰਨ ਤੋਂ ਬਾਅਦ ਸੈਟਲ ਵੀ ਹੋ ਰਹੇ ਹੈ, ਵਰਕ ਪਰਮਿਟ ਵੀ ਪ੍ਰੋਪਰ ਲੱਗਦਾ ਹੈ, ਲੋਕ ਕਾਫੀ ਪਰਫੋਰਮੈਂਸ ਬਹੁਤ ਵਧੀਆ ਆ ਰਹੀ ਹੈ। ਠੀਕ ਹੈ ਜੀ। ਫਿਰ ਵੀ ਪ੍ਰੋਬਲਮ ਉੱਥੇ ਖੜੀ ਹੈ ਕਿ 12 ਪੜ੍ਹ ਕੇ ਇੱਕ ਸਟੂਡੈਂਟ ਇੱਥੇ ਆਉਂਦਾ ਹੈਗਾ, ਉਹਨੂੰ ਇੰਨਾ ਗਿਆਨ ਗੋਸ਼ਟੀ ਨਹੀਂ ਹੁੰਦੀ। ਕੋਈ ਅਸੀਂ ਪਹਿਲਾਂ USA ਜਾਂਦੇ ਹਾਂ ਜਾਂ ਹੋਰ ਕਿਤੇ ਜਾਂਦੇ ਹਾਂ, ਲੋਕ ਕਾਫੀ ਉੱਪਰ ਲੈਵਲ ਤੋਂ ਆਉਂਦੇ ਹੈ ਕਿ ਉਹਨਾਂ ਨੇ ਉੱਥੇ ਕਾਫੀ ਸਟੱਡੀ ਕੀਤੀ ਹੁੰਦੀ ਹੈ, ਲੇਕਿਨ +2
ਦਾ ਲੈਵਲ ਜਿਹੜਾ ਨਾ ਬਹੁਤ ਰੀਜ਼ਨੇਬਲ ਜਿਹਾ ਲੈਵਲ ਹੈ। ਇਸ ਕਰਕੇ ਉੱਥੋਂ ਕੋਈ ਐਕਸਪੈਕਟੇਸ਼ਨ ਸਾਡੀਆਂ ਬਹੁਤੀਆਂ ਹਾਈ ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਇੱਥੇ ਗਾਈਡੈਂਸ ਉਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦੇਣੀ ਚਾਹੀਦੀ ਹੈ। ਜਿਵੇਂ ਬਲ ਸਾਹਿਬ ਨੇ ਕੋਈ ਪੈਰਾਮੀਟਰ ਸੁਜੈਸਟ ਕੀਤੇ ਹੈ, ਠੀਕ ਹੈ ਸਰ, ਸਾਨੂੰ ਗਵਰਨਮੈਂਟ ਨੂੰ ਇਹੋ ਜਿਹੇ ਸੁਜੈਸ਼ਨ ਜ਼ਰੂਰ ਭੇਜਣੇ ਚਾਹੀਦੇ। ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ ਲਾਸਟ ਕਾਲ ਲਵਾਂਗੇ ਸੰਦੀਪ ਹੋਰਾਂ ਦੀ ਤੇ ਫਿਰ ਅਸੀਂ ਵਾਈਂਡ ਅਪ ਕਰ ਦੇਣਾ, ਤੇ ਇਸ ਤੋਂ ਬਾਅਦ ਇੱਕ ਕਾਲਰ ਹੋ ਰਿਹਾ, ਮੈਂ ਉਹਨਾਂ ਤੋਂ ਮਾਫੀ ਮੰਗਦਾ ਜੀ, ਹੁਣ ਆਲਰੇਡੀ ਸਾਡਾ ਟਾਈਮ ਕਾਫੀ ਓਵਰ ਹੋ ਗਿਆ। ਤੁਸੀਂ ਹੁਣ ਡਰੋਪ ਕਰ ਦਿਓ ਸੰਦੀਪ ਹੋਰਾਂ ਦੇ ਨਾਲ ਗੱਲ ਕਰਕੇ, ਤਾਂ ਫਿਰ ਅਸੀਂ ਸਾਡੇ ਤਿੰਨੋਂ ਪੈਨਲਿਸਟ ਦੇ ਕੋਲੋਂ ਕਲੋਜ਼ਿੰਗ ਰਿਮਾਰਕਸ ਲਵਾਂਗੇ। ਸੰਦੀਪ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਵੀਰੇ, ਹਰਜਿੰਦਰ ਵੀਰੇ, ਕੀ ਹਾਲਾਤ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਾਂ ਨਾ ਇੱਕ ਪੁਆਇੰਟ ਗਲਤ ਫੜ ਲਿਆ, ਇਮੈਚਿਓਰਿਟੀ। ਆਪਾਂ ਕਹਿ ਰਹੇ ਹਾਂ ਕਿ 12th ਤੋਂ ਬਾਹਰ ਆ ਜਾਂਦੀ ਆ। ਹਜੇ ਤੱਕ ਜਿੰਨੇ ਵੀ ਸਟੂਡੈਂਟ ਆਏ ਆ 12th ਤੋਂ ਬਾਅਦ ਹੀ ਆਏ ਆ, ਪਰ ਤੁਸੀਂ ਉਹਨਾਂ ਦੀ ਕਾਮਯਾਬੀ ਤਾਂ ਦੇਖੋ ਨਾ, ਸਕਸੈਸ ਰੇਟ ਦੇਖੋ ਕਿੰਨਾ ਜ਼ਿਆਦਾ। ਕੁਛ ਬੱਚੇ ਜਿਹੜੇ ਇਮੈਚਿਓਰ ਸੀਗੇ ਜਾਂ ਪੜ੍ਹਨਾ ਚਾਹੁੰਦੇ ਹੀ ਨਹੀਂ ਸੀਗੇ, ਉਹਨਾਂ ਪਿੱਛੇ ਆਪਾਂ ਸਾਰਿਆਂ ਨੂੰ ਇਮੈਚਿਓਰ, ਜਾਂ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ 12ਵੀਂ ਤੋਂ ਬਾਅਦ ਕਿਉਂ ਆ ਜਾਂਦੇ ਆ, ਜਾਂ ਉਹਨਾਂ ਦਾ ਲੈਵਲ ਇੰਨਾ ਵਧੀਆ ਨਹੀਂ ਹੁੰਦਾ। ਸਾਰੇ ਸਟੂਡੈਂਟ ਜਿਹੜੇ ਆ, ਤੁਸੀਂ ਆਪ ਹੀ ਨਾਮ ਲੈ ਕੇ ਹਟਿਆ, MPP ਆ, ਇੱਥੇ ਸਾਰੇ ਆ, ਉਹ 12th ਤੋਂ ਬਾਅਦ ਹੀ ਆਏ ਹੋਏ ਆ। ਪ੍ਰੋਬਲਮ ਉੱਥੇ ਨਹੀਂ ਗੀ, ਪ੍ਰੋਬਲਮ ਹੈਗੀ ਆ ਆਪਣਾ ਤਾਲਮੇਲ ਨਹੀਂ ਬਣ ਰਿਹਾ ਪੁਰਾਣੇ ਲੋਕਾਂ ਨਾਲ। ਜਿੰਨਾ ਚਿਰ ਆਪਾਂ ਇਹ ਨਹੀਂ ਸਮਝਦੇ ਕਿ ਆਪਾਂ ਸਾਰੇ ਇਮੀਗ੍ਰੈਂਟ ਆ, ਆਪਾਂ ਸਾਰੇ ਇੰਡੀਆ ਤੋਂ ਆਏ ਆ, ਪੰਜਾਬ ਤੋਂ ਆਏ ਆ, ਆਪਾਂ ਸਾਰੇ ਇਮੀਗ੍ਰੈਂਟ ਆ। ਕੋਈ 5 ਸਾਲ ਪਹਿਲਾਂ ਆ ਗਿਆ, ਕੋਈ 5 ਸਾਲ ਬਾਅਦ ਆ ਰਿਹਾ। ਇੰਟੈਂਟ ਸਾਰਿਆਂ ਦਾ ਹੀ ਪੱਕਾ ਹੋਣਾ ਗਾ ਇੱਥੇ, ਜਿਹੜੇ ਪਹਿਲਾਂ ਆਏ ਆ ਤੇ ਜਿਹੜੇ ਬਾਅਦ ਚੋਂ ਆਏ ਆ। ਮੈਂ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਗਾ, ਮੈਂ ਕਿਸੇ ਨੂੰ ਉਹ ਨਹੀਂ ਕਹਿਣਾ ਚਾਹੁੰਦਾ, ਕਿਸੇ ਨੂੰ ਨੀਚਾ ਹੀ ਦਿਖਾਉਣਾ ਚਾਹੁੰਦਾ, ਪਰ ਹੁਣ ਵਾਲੇ ਸਟੂਡੈਂਟ ਤਾਂ ਫਿਰ ਵੀ ਪੜ੍ਹ ਕੇ ਆ ਰਹੇ ਆ। ਜਿਹੜੇ ਪਹਿਲਾਂ ਥੋੜੇ ਜਿਹੇ ਬੰਦੇ ਆਏ ਹੋਏ ਆ, ਸਾਡੇ ਵੀ ਕੁਝ ਰਿਸ਼ਤੇਦਾਰ ਆਏ ਆ, ਉਹ ਤਾਂ ਮਤਲਬ ਸੌਰੀ ਟੂ ਸੇ ਪੜ੍ਹ ਕੇ ਵੀ ਨਹੀਂ ਆਏ ਸੀਗੇ ਜੀ। ਤੇ ਸਾਡੀ ਸੋਚ ਫਾਰਵਰਡ ਹੋਊਗੀ ਕਿ ਉਹਨਾਂ ਦੀ ਸੋਚ ਫਾਰਵਰਡ ਸੀਗੀ। ਗੱਲ ਉਹ ਨਹੀਂ ਕੌਣ ਕਿੰਨਾ ਪੜ੍ਹਿਆ, ਗੱਲ ਇਹ ਨਹੀਂ ਗੀ, ਗੱਲ ਇਹ ਕਿ ਆਪਣਾ ਤਾਲਮੇਲ ਨਹੀਂ ਬਣ ਰਿਹਾ। ਲਾਲਚ, ਜਿਹੜਾ ਤੁਹਾਡੇ ਪੈਨਲਿਸਟ ਨੇ ਦੱਸਿਆ ਕਿ ਲਾਲਚ ਬਹੁਤ ਵੱਡਾ ਪੁਆਇੰਟ ਆ। ਅਸੀਂ ਘਰ ਲੈਣ ਜਾਂਦੇ ਆ, ਸਾਨੂੰ ਕਹਿ ਦਿੱਤਾ ਜਾਂਦਾ ਕਿ 4000 ਦਾ ਦੇਵਾਂਗੇ, ਤੁਸੀਂ ਜਿੰਨੇ ਮਰਜ਼ੀ ਰਹਿ ਪੋ। ਉਦੋਂ ਬੰਦੇ ਗਲਤ ਨਹੀਂ ਗੇ, ਸਾਡੇ ਸਟੂਡੈਂਟ ਵੀ ਗਲਤ ਆ, ਅਸੀਂ ਵੀ ਗਲਤ ਆ। ਜਦੋਂ ਅਸੀਂ 4000 ਦੇਣ ਵਾਸਤੇ 20 ਆਣੇ ਰੱਖ ਲੈਂਦੇ ਆ ਕਿ ਵੰਡਿਆ ਜਾਊਗਾ, 200 ਜਾਂ 300 ਹੀ ਆਊਗਾ, ਅਸੀਂ ਵੀ ਗਲਤ ਆ, ਉਹ ਵੀ ਗਲਤ ਆ। ਇਹ ਸਿਰਫ ਥੋੜੀ ਜਿਹੀ ਕੀ ਆ, ਗਾਈਡੈਂਸ ਦੀ ਵੀ ਲੋੜ ਆ। ਅਸੀਂ ਕੋਈ ਇਮੈਚਿਓਰ ਕੋਈ ਵੀ ਨਹੀਂ ਗਾ ਜੀ। ਜਿਹੜਾ ਬੱਚਾ ਉੱਥੇ 10 ਪੜ੍ਹ ਗਿਆ ਨਾ, ਅੱਜ ਇੰਡੀਆ ਵਿੱਚ ਮੇਰੀ ਭਾਣਜੀ ਆ, ਪਹਿਲਾਂ ਵੀ ਗੱਲ ਕਰਦਾ ਹੁੰਦਾ, 6 ਸਾਲਾਂ ਦੀ ਹੈ ਜੀ, 7 ਸਾਲਾਂ ਦੀ, ਉਹਨੂੰ ਮੇਰੇ ਤੋਂ ਜ਼ਿਆਦਾ ਅਕਲ ਆ। ਅੱਜ ਕੱਲ੍ਹ ਬੱਚਿਆਂ ਨੂੰ ਅਕਲ ਬਹੁਤ ਜਲਦੀ ਆ ਜਾਂਦੀ ਹੈ, ਸਿਰਫ ਥੋੜੀ ਜਿਹੀ ਗਾਈਡੈਂਸ ਦੀ ਲੋੜ ਆ, ਥੋੜਾ ਜਿਹਾ ਤੁਹਾਡਾ ਸਾਥ ਚਾਹੀਦਾ। ਤੇ ਇਹ ਸਮਝੋ ਅਸੀਂ ਤੁਹਾਡੇ ਹੀ ਬੱਚੇ ਆ, ਕੋਈ ਵੀ ਅਸੀਂ ਕਿਸੇ ਦੀ ਜੌਬ ਨਹੀਂ ਖੋ ਰਹੇ ਜੀ। ਤੁਸੀਂ ਮੈਨੂੰ ਦੱਸੋ, ਜਿੱਥੇ ਉਹਨਾਂ ਦੇ ਬੱਚਿਆਂ ਨੇ ਜੌਬ ਕਰਨੀ ਹੈ ਅਸੀਂ ਨਹੀਂ ਲੱਗ ਸਕਦੇ ਜੀ, ਕਿਉਂਕਿ ਸਾਡੇ ਕੋਲੇ ਸਟੂਡੈਂਟ ਸਟੇਟਸ ਆ, ਸਾਡੇ ਕੋਲੇ ਵਰਕ ਪਰਮਿਟ ਸਟੇਟਸ ਆ, ਤੁਹਾਡੇ ਕੋਲੇ ਸਿਟੀਜ਼ਨ ਆ ਜੀ। ਜਿਹੜੀ ਕੰਪਨੀ ਨੇ ਤੁਹਾਨੂੰ ਰੱਖਣਾ, ਸਾਨੂੰ ਰੱਖਣਾ ਹੀ ਨਹੀਂਗਾ, ਅਸੀਂ ਕਿਸੇ ਦੀ ਜੌਬ ਕਿਵੇਂ ਖੋਲਾਂਗੇ? ਤਾਂ ਕਰਕੇ ਆਪਾਂ ਸਿਰਫ ਤਾਲਮੇਲ ਬਣਾਈਏ। ਤੁਸੀਂ ਸਾਨੂੰ ਆਪਦੇ ਸਮਝੋ, ਅਸੀਂ ਤੁਹਾਨੂੰ ਆਪਦੇ ਸਮਝਦੇ ਹਾਂ। ਇੱਥੇ ਸਿਰਫ ਪ੍ਰੋਬਲਮ ਆ ਜੀ, ਹੋਰ ਪ੍ਰੋਬਲਮ ਕਿਤੇ ਵੀ ਨਹੀਂ ਆ ਰਹੀਗੀ, ਹੋਰ ਕੋਈ ਪ੍ਰੋਬਲਮ ਨਹੀਂ। ਬਸ ਇੱਥੇ ਜਦੋਂ ਆਪਾਂ ਇੱਕ ਟੈਗ ਖਤਮ ਕਰ ਦਾਂਗੇ ਨਾ, ਪੁਰਾਣੇ ਤੇ ਨਵੇਂ, ਇਹ ਟੈਗ ਖਤਮ ਕਰਨਾ ਬਹੁਤ ਜ਼ਰੂਰੀ ਆ। ਆਪਾਂ ਹੋਰ ਬਹੁਤ ਤਾਕਤਾਂ ਜਿਨ੍ਹਾਂ ਨਾਲ ਲੜਨਾ, ਆਪਾਂ ਆਪਸ ਦੇ ਵਿੱਚ ਨਾ ਲੜੀਏ। ਕੁਛ ਬੰਦਿਆਂ ਕਰਕੇ, ਕੁਝ ਸਟੂਡੈਂਟ ਵੀ ਗਲਤ ਨੇ, ਕੁਝ ਪੁਰਾਣੇ ਬੰਦੇ, ਜਾਂ ਜਿਵੇਂ ਵੀ ਤੁਸੀਂ ਕਹਿੰਦੇ, ਮੈਂ ਨਹੀਂ ਪੁਰਾਣੇ ਬੰਦੇ ਸਮਝਦਾ ਉਹਨਾਂ ਨੂੰ, ਜਾਂ ਨਵੇਂ ਨਹੀਂ ਸਮਝਦਾ, ਕੁਝ ਉਹ ਗਲਤ ਨੇ, ਕੁਝ ਇਹ ਗਲਤ ਆ। ਪਰ ਆਪਾਂ ਉਹਨਾਂ ਕਰਕੇ ਸਾਰਿਆਂ ਨੂੰ ਗਲਤ ਨਾ ਬਣਾਈਏ, ਆਪਾਂ ਇਕੱਠੇ ਰਹੀਏ। ਥੋੜੀ ਜਿਹੀ ਹੈਲਪ ਕਰਿਆ ਕਰੋ, ਥੋੜੀ ਜਿਹੀ ਸਾਡੇ ਤੋਂ ਲਿਆ ਕਰੋ। ਅਸੀਂ ਤਾਂ ਪਿੱਛੇ ਨਹੀਂ ਹਟਦੇ ਜੀ। ਨਵੇਂ ਮੁੰਡੇ ਜਿਹੜੇ ਆਏ ਆ, ਸਾਨੂੰ ਦੱਸੋ ਕੀ ਕਮਿਊਨਿਟੀ ਲਈ ਕਰਨਾ। ਅਸੀਂ ਜੇ 16 17 ਘੰਟੇ ਕਰਕੇ ਪਿੱਛੇ ਭੈਣਾਂ ਦੇ ਵਿਆਹ ਕਰ ਸਕਦੇ ਆ, ਪਿੱਛੇ ਮਾਂ ਪਿਓ ਨੂੰ ਪੈਸੇ ਭੇਜ ਸਕਦੇ ਆ, ਉਹਨਾਂ ਨੂੰ ਸਟੈਂਡ ਕਰ ਸਕਦੇ ਆ, ਤੇ ਇੱਥੇ ਅਸੀਂ ਹੈਲਪ ਨਹੀਂ ਕਰਾਂਗੇ। ਤੁਸੀਂ ਇਹਨਾਂ ਨੂੰ ਆਵਾਜ਼ ਮਾਰੋ, ਦੱਸੋ ਕਿੱਥੇ ਨਵਾਂ ਸਟੂਡੈਂਟ ਨਹੀਂ ਖੜਦਾ ਜਿੱਥੇ ਪੁਰਾਣੇ ਬੰਦੇ ਆਵਾਜ਼ ਮਾਰਦੇ ਆ। ਫਿਰ ਆਪਾਂ ਇਹ ਕਿਉਂ ਡਿਫਰੈਂਸ ਰੱਖਦੇ ਆ ਪੁਰਾਣੇ ਨਵੇਂ ਦਾ? ਆਪਾਂ ਇਹ ਖਤਮ ਕਰੀਏ। ਆਪਾਂ ਇਮੀਗ੍ਰੈਂਟ ਆ, ਇਮੀਗ੍ਰੈਂਟ ਹੀ ਰਹਿਣਾ। ਆਪਾਂ ਇਹਨਾਂ ਨਾਲ ਲੜਨਾ ਜਿਹੜੇ ਇੱਥੇ ਆਪਾਂ ਨੂੰ ਡਿਸਕ੍ਰਿਮੀਨੇਟ ਕਰਦੇ ਆ, ਆਪਾਂ ਆਪਸ 'ਚ ਨਾਲ ਲੜੀਏ। ਬਸ ਮੇਰਾ ਇਹੀ ਤੁਹਾਨੂੰ ਇਹਨਾਂ ਨੂੰ ਰਿਕੁਐਸਟ ਵੀ ਆ, ਤੇ ਸੰਦੇਸ਼ ਕਹਿ ਲਓ ਜਾਂ ਐਡਵਾਈਸ ਆ, ਜੋ ਵੀ ਤੁਸੀਂ ਸਮਝਣਾ ਚਾਹੋ। ਇਹ ਛੋਟੇ ਜਿਹੇ ਆਪਦੇ ਭਰਾ ਦੀ ਤੁਸੀਂ ਐਡਵਾਈਸ ਜਾਂ ਕੁਝ ਵੀ ਸਮਝ ਸਕਦੇ। ਅੱਛਾ, ਜਿਹੜੇ ਸਟੂਡੈਂਟਸ ਦੇ ਐਂਡ ਤੋਂ ਸੰਦੀਪ, ਇਸ ਤੋਂ ਪਹਿਲਾਂ ਕਿ ਮੈਂ ਬਲ ਸਾਹਿਬ ਦੇ ਕੋਲ ਜਾਵਾਂ, ਜਿਹੜੇ ਸਟੂਡੈਂਟਸ ਦੇ ਐਂਡ ਤੋਂ ਆਪਾਂ, ਤੁਸੀਂ ਖੁਦ ਵੀ ਐਡਮਿਟ ਕੀਤਾ, ਮੰਨਿਆ ਕਿ ਹਾਂਜੀ ਇਸ ਤਰ੍ਹਾਂ ਪ੍ਰੋਬਲਮਸ ਹੁੰਦੀਆਂ, ਮੁੰਡੇ ਕੁੜੀਆਂ ਖੁਦ ਵੀ ਕਈ ਵਾਰੀ ਲੋੜ ਤੋਂ ਵੱਧ ਹੁੱਲੜਬਾਜ਼ੀ ਵੀ ਹੁੰਦੀ ਹੈ, ਮਿਸਟੇਕਸ ਵੀ ਹੁੰਦੀਆਂ, ਔਰ ਸਾਡੀ ਛਵੀ ਕਈ ਵਾਰੀ ਵਿਗੜਨ ਲੱਗਿਆ ਕਹਿੰਦੇ ਹੁੰਦੇ ਵੀ ਚੰਗਾ ਕੰਮ ਕੀਤਾ ਓਨਾ ਜ਼ਿਆਦਾ ਨਹੀਂ ਫੈਲਦਾ, ਜਿੰਨਾ ਛੋਟੀ ਜਿਹੀ ਕੋਈ ਮਾੜੀ ਕੀਤੀ ਹੋਈ ਹਰਕਤ ਜਿਹੜੀ ਹੈ ਉਹ ਇੰਨੀ ਵਾਇਰਲ ਹੋ ਕੇ ਫਿਰ ਇੱਕ ਰੈਫਰੈਂਸ ਬਣ ਕੇ ਜਿਸ ਰੂਪ ਦੇ ਵਿੱਚ ਚੱਲ ਜਾਂਦੀ ਹੈ। ਉਹਦੇ ਬਾਰੇ 'ਚ ਇੰਟਰਨਲ ਰੂਪ ਦੇ ਵਿੱਚ ਜਦੋਂ ਤੁਹਾਡੇ ਇਕੱਠ ਹੁੰਦੇ ਆ, ਤੁਸੀਂ ਆਪਸ ਦੇ ਵਿੱਚ ਮਿਲਦੇ ਗਿਲਦੇ ਹੋ, ਚਾਹੇ ਸਕੂਲ 'ਚ ਜਾਂ ਕਾਲਜ 'ਚ ਜਾਂ ਕਿਤੇ ਬਾਹਰ, ਕਦੀ ਇਸ ਬਾਰੇ ਵੀ ਚਰਚਾਵਾਂ ਚੱਲਦੀਆਂ ਕਿ ਅਸੀਂ ਇਸ ਛਵੀ ਨੂੰ ਕਿਵੇਂ ਸੁਧਾਰਨਾ?
ਮੈਂ ਉਸ ਚੀਜ਼ ਨੂੰ ਐਕਸੈਪਟ ਕਰਤਾ ਜੀ। ਮੈਂ ਪਹਿਲਾਂ ਦੱਸਣਾ ਚਾਹੁੰਦਾ, ਮੈਂ ਇੰਡੀਆ 'ਚ ਕਦੇ ਕੰਮ ਨਹੀਂ ਕੀਤਾ ਸੀ, ਪਰ ਉਹ ਮੇਰੇ ਤੇ ਆ, ਮੈਂ ਇੱਥੇ ਆ ਕੇ ਕੰਮ ਕੀਤਾ। ਕੁਝ ਬੱਚੇ ਆ ਨਹੀਂ ਵੀ ਕਰਦੇ ਜੀ, ਉਹਨਾਂ ਨੂੰ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਆਜ਼ਾਦੀ ਜ਼ਿਆਦਾ ਮਿਲ ਜਾਂਦੀ ਆ, ਠੀਕ ਆ, ਉਹ ਇੱਥੇ ਆ ਕੇ ਥੋੜਾ ਹਾਂ ਛਵੀ ਬਾਰੇ ਜ਼ਰੂਰ ਅਸੀਂ ਗੱਲਾਂ ਕਰਦੇ ਹਾਂ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕਿ ਇਹਨੂੰ ਸੁਧਾਰੀਏ, ਤੇ ਅਸੀਂ ਸੁਧਾਰਨ ਦੇ ਕੰਮ ਵੀ ਕਰਦੇ ਹਾਂ। ਜਦੋਂ ਕਿਤੇ ਕੋਈ ਸੇਵਾ ਦਾ ਮੌਕਾ ਲੱਗਦਾ, ਜਿਵੇਂ ਹੁਣ ਕੋਈ ਇੰਡੀਆ 'ਚ ਪੈਸੇ ਭੇਜਣੇ ਸੀ ਜਾਂ ਕੁਛ, ਅਸੀਂ ਇਸ ਤਰ੍ਹਾਂ ਸੁਧਾਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਪਰ ਜਿਹੜੀ ਉਹ ਕਹਿੰਦੇ ਆ ਨਾ ਕਿ 1-2 ਬੱਚਿਆਂ ਕਰਕੇ ਉਹ ਜਿਹੜਾ ਆਪਣੀ ਨੈਗੇਟਿਵ ਛਵੀ ਆ ਉਹ ਜ਼ਿਆਦਾ ਚੱਕੀ ਜਾਂਦੀ ਆ, ਜਿਵੇਂ ਤੁਸੀਂ ਕਹਿ ਕੇ ਹਟੇ ਆ ਕਿ ਉਹਦੀ ਜ਼ਿਆਦਾ ਗੱਲਬਾਤ ਹੁੰਦੀ ਆ। ਜਿਹੜੇ ਸਾਡੇ ਜਿਵੇਂ ਕੱਲ ਮੈਂ ਮੁੰਡਾ ਆਪਣੇ ਨਾਲ ਆਇਆ ਸੀ, ਉਹ 16 ਘੰਟੇ ਕੰਮ ਕਰਦਾ, ਕਿਸੇ ਨੂੰ ਸ਼ਾਬਾਸ਼ ਨਹੀਂ ਦਿੱਤੀ। ਪਰ ਜੇ ਕੋਈ ਬੱਚਾ ਇੱਕ ਦਿਨ ਜਾ ਕੇ ਦੂਜੇ ਦਿਨ ਉੱਥੇ ਕੰਮ ਤੇ ਨਹੀਂ ਜਾਂਦਾ, ਉਹ ਇੰਪਲਾਇਰ ਉਹਦੀ 10 ਥਾਵਾਂ ਤੇ ਮਿੰਨਤਾਂ ਕਰਦਾ ਕਿ ਯਾਰ ਬੱਚੇ ਤਾਂ ਆਉਂਦੇ ਆ, ਇੱਕ ਦਿਨ ਕੰਮ ਕਰਦੇ ਆ, ਦੂਜੇ ਦਿਨ ਆਉਂਦੇ ਨਹੀਂ। ਪਰ ਉਹ ਇਹ ਨਹੀਂ ਦੱਸਦਾ ਕਿ ਨਾਲ ਸਾਡੇ ਜਿਹੜੇ ਬੱਚੇ ਆ ਉਹ 16 17 ਮੁੰਡਾ ਵੀ ਘੰਟੇ ਕੰਮ ਕਰਦਾ ਤੇ ਬਹੁਤ ਮਿਹਨਤ ਕਰਦਾ। ਗੱਲ ਉਹੀ ਹੈ ਕਿ ਨੈਗੇਟਿਵ ਜਿਹੜੇ ਫੈਕਟਰ ਆ ਉਹਨਾਂ ਨੂੰ ਜ਼ਿਆਦਾ ਅੱਗੇ ਲਿਆਇਆ ਜਾਂਦਾ, ਜਿਹੜੇ ਪੋਜ਼ਿਟਿਵ ਉਹਨਾਂ ਨੂੰ ਘੱਟ। ਪਰ ਆਪਾਂ ਨੂੰ ਪੋਜ਼ਿਟਿਵ ਲਿਆਉਣ ਦੀ ਜ਼ਿਆਦਾ ਲੋੜ ਆ, ਕਿਉਂਕਿ ਉਹਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ, ਅਸੀਂ ਵੀ ਤੁਹਾਡੇ ਨਾਲ ਜੁੜਾਂਗੇ। ਤੇ ਮੈਂ ਆਪਦੇ ਸਟੂਡੈਂਟ ਭਰਾਵਾਂ ਨੂੰ ਵੀ ਰਿਕੁਐਸਟ ਕਰਦਾ ਕਿ ਆਪਾਂ ਇਹ ਹੁੱਲੜਬਾਜ਼ੀ ਘੱਟ ਕਰੀਏ, ਕਿਉਂਕਿ ਉਹ 'ਚ ਆਪਣੀ ਕਮਿਊਨਿਟੀ ਦਾ ਹੀ ਬਦਨਾਮੀ ਹੁੰਦੀ ਆ। ਆਪਾਂ ਵੀ ਕੱਲ ਨੂੰ ਪੁਰਾਣੇ ਹੋਣਾ ਇੱਥੇ, ਆਪਾਂ ਵੀ ਕੱਲ ਨੂੰ ਇੱਥੇ ਸਿਟੀਜ਼ਨ ਹੋਣਾ, ਆਪਾਂ ਵੀ ਇਹਨਾਂ ਦੇ ਨਾਲ ਰਹਿਣਾ। ਠੀਕ ਹੈ ਵੀਰ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ ਸੋ ਮਚ। ਸੋ ਦੋਸਤੋ, ਮੈਂ ਬਾਕੀ ਸਾਡੇ ਕਾਲਰਸ ਨੂੰ ਬੇਨਤੀ ਕਰਦਾ ਤੁਸੀਂ ਹੋਲਡ ਰੱਖ ਲਿਓ ਜਾਂ ਫਿਰ ਥੋੜ੍ਹੀ ਦੇਰ ਬਾਅਦ ਆਪਾਂ ਕਰ ਲਾਂਗੇ ਗੱਲ। ਹੁਣ ਮੈਂ ਵਾਈਂਡ ਅਪ ਕਰਦੇ ਹੋਏ ਲੂੰਬਾ ਸਾਹਿਬ ਦੇ ਕੋਲ ਪਹਿਲਾਂ, ਫਿਰ ਅਰੋੜਾ ਸਾਹਿਬ ਤੇ ਫਿਰ ਬਲ ਸਾਹਿਬ ਦੇ ਕੋਲੋਂ ਕਨਕਲੂਡ ਕਰਾ ਦਿੰਦੇ 1-1 ਮਿੰਟ ਦੇ ਵਿੱਚ। ਮੈਨੂੰ ਪਤਾ ਇਹ ਵਿਸ਼ਾ ਬਹੁਤ ਵੱਡਾ ਹੈ, ਹੋਰ ਵੀ ਗੱਲਾਂ ਜਿੰਨੀਆਂ ਮਰਜ਼ੀ ਆਪਾਂ ਕਰ ਸਕਦੇ ਹਾਂ, ਪਰ ਹੁਣ ਇਹਨੂੰ ਵਾਈਂਡ ਅਪ ਕਰ ਦਿੰਦੇ ਹਾਂ। ਲੂੰਬਾ ਸਾਹਿਬ, ਤੁਹਾਡੇ ਕਲੋਜ਼ਿੰਗ ਰਿਮਾਰਕਸ ਕੀ ਹੋਣਗੇ ਸਾਡੀ ਅੱਜ ਦੀ ਗੱਲਬਾਤ 'ਤੇ? ਦੇਖੋ ਜੀ, ਮੈਂ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਇਹੋ ਦੱਸ ਸਕਦਾ ਹੈਗਾ, ਜਿਸ ਤਰ੍ਹਾਂ ਕਿ ਸਾਰਿਆਂ ਦਾ ਇੱਕ ਕਾਮਨ ਏਜੰਡਾ ਹੈ, ਜਿਸ ਤਰ੍ਹਾਂ ਬਲ ਸਾਹਿਬ ਨੇ ਵੀ ਕਿਹਾ, ਅਰੋੜਾ ਸਾਹਿਬ ਨੇ ਵੀ ਕਿਹਾ ਕਿ ਰਿਟਰਨ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਇੰਪਲਾਇਰ ਪ੍ਰੋਬਲਮ ਹੈ, ਚਾਹੇ ਲੈਂਡਲੋਰਡ ਟੈਨੈਂਟ ਪ੍ਰੋਬਲਮ ਹੈ, ਆਲਵੇਜ਼ ਇਨਵੋਲਵ ਏ ਰਿਟਨ ਐਗਰੀਮੈਂਟ, ਕਿਉਂਕਿ ਰਿਟਨ ਐਗਰੀਮੈਂਟ ਦੇ ਬੇਸ 'ਤੇ ਤੁਸੀਂ ਆਪਣੇ ਆਪ ਨੂੰ ਦੋਨੋਂ ਪੱਖ ਜਿਹੜੇ ਨੇ ਗਲਤ ਜਾਂ ਸਹੀ ਸਾਬਤ ਕਰ ਸਕਦੇ ਨੇ, ਨੰਬਰ 1। ਨੰਬਰ 2, ਬਿਲਕੁਲ ਠੀਕ ਹੈ ਜਿਹੜੇ ਕਾਲਰ ਨੇ ਹੁਣੇ ਕਿਹਾ, ਜਿਹੜਾ ਬੰਦਾ ਉੱਥੋਂ ਆਉਂਦਾ ਹੈ, ਸਾਰੇ ਇਮੀਗ੍ਰੈਂਟ ਹੈਗੇ ਨੇ, ਅਸੀਂ ਉਹਨਾਂ ਨਾਲ ਥੋੜ੍ਹਾ ਜਿਹਾ ਐਡਜਸਟ ਹੋ ਕੇ ਚੱਲੀਏ। ਡੈਫੀਨੇਟਲੀ ਦੇ ਨੀਡ ਏ ਟ੍ਰੇਨਿੰਗ, ਦੇ ਨੀਡ ਏ ਡਾਇਰੈਕਸ਼ਨ। ਜਦੋਂ ਡਾਇਰੈਕਸ਼ਨ ਲੈਸ ਬੱਚਾ ਇੱਥੇ ਆਉਂਦਾ ਹੈਗਾ, ਉਹਨੂੰ ਰਾਈਟਸ ਦਾ ਨਹੀਂ ਪਤਾ ਹੁੰਦਾ ਤੇ ਨਾ ਉਹਨੂੰ ਇੱਥੋਂ ਦੇ ਡਿਸਿਪਲਿਨ ਦਾ ਪਤਾ ਹੈਗਾ, ਕਿਉਂਕਿ ਇੰਡੀਆ ਦਾ ਡਿਸਿਪਲਿਨ ਜਿਹੜਾ ਹੈਗਾ ਸਭ ਚੱਲਦਾ ਹੈ। ਮੈਂ ਥੋੜ੍ਹੀ ਦੇਰ ਪਹਿਲੇ ਜਿਸ ਤਰ੍ਹਾਂ ਗੱਲ ਕੀਤੀ ਸੀ, ਇੱਥੇ ਸਭ ਚੱਲਦਾ ਨਹੀਂ ਹੈ। ਇੱਥੇ ਸਾਰਾ ਕੁਝ ਜਿਹੜਾ ਹੈਗਾ ਰੂਲਸ ਐਂਡ ਰੈਗੂਲੇਸ਼ਨ ਦੇ ਥੱਲੇ ਕੰਮ ਹੁੰਦਾ ਹੈਗਾ। ਤੀਜੀ ਗੱਲ ਜਿਹੜੀ ਕਾਮਨ ਸਾਰਿਆਂ ਨੇ ਕੱਢੀ ਹੈ ਕਿ ਸਾਨੂੰ ਲਾਲਚ ਛੱਡਣਾ ਪਏਗਾ। ਜਿਹੜੇ ਪੁਰਾਣੇ ਬੈਠੇ ਨੇ, ਜਿਸ ਤਰ੍ਹਾਂ ਕਿ ਜੀ ਇੱਕ ਦੇ ਦਿੱਤਾ ਘਰ ਪੂਰਾ ਕਿਰਾਏ ਤੇ। ਉਹਨੇ ਮੇਰੇ ਕਿਸੇ ਨਾਲ ਗੱਲ ਹੁੰਦੀ ਪਈ ਸੀ, ਉਹ ਕਹਿੰਦਾ, ਉਹ ਬੰਦਾ ਕਹਿੰਦਾ ਜੀ ਅੱਜ ਕੱਲ੍ਹ ਤੇ ਹਾਊਸਿਸ ਰੱਖਣੇ ਜਿਹੜੇ ਹੈਗੇ ਨੇ ਉਹ ਘਾਟੇ ਦਾ ਸੌਦਾ। ਅਸੀਂ ਟਾਊਨ ਹਾਊਸਿਸ ਵਿੱਚ ਹੀ ਵੜ ਜਾਂਦੇ ਹਾਂ, ਉੱਥੇ ਕਿਰਾਇਆ ਜਿਹੜਾ ਜ਼ਿਆਦਾ ਮਿਲਦਾ ਪਿਆ ਹੈਗਾ ਆਪਣਾ, ਮਤਲਬ ਕਿ ਹਾਊਸਿਸ ਨਾਲੋਂ। ਤੇ ਇਹ ਚੀਜ਼ ਐਟੀਟਿਊਡ ਚੇਂਜ ਕਰਨਾ ਪਏਗਾ। ਡੈਫੀਨੇਟਲੀ ਇਕਨੋਮੀ ਬਹੁਤ ਵੱਧਦੀ ਪਈ ਹੈ ਸਟੂਡੈਂਟਸ ਦੇ ਉੱਤੇ ਤੇ ਨਿਊ ਇਮੀਗ੍ਰੈਂਟਸ ਦੇ ਉੱਤੇ। ਇਕਨੋਮੀ ਬੂਸਟ ਕਰਦੀ ਪਈ ਹੈ, ਮਗਰ ਉਹ ਬੂਸਟ ਜਿਹੜੀ ਇਕਨੋਮੀ ਹੋ ਰਹੀ ਹੈ ਉਹਦਾ ਅਸੀਂ ਐਡਵਾਂਟੇਜ ਜਿਹਨੂੰ ਕਹੀਦਾ ਅਨਰੀਜ਼ਨੇਬਲ ਐਡਵਾਂਟੇਜ ਨਾ ਚੁੱਕੀ ਹੈ। ਰਾਦਰ ਵੀ ਸ਼ੁੱਡ ਸਪੋਰਟ ਥੀਸ ਪੀਪਲ ਟੂ ਸੈਟਲ ਡਾਊਨ। ਠੀਕ ਹੈ ਸਰ, ਲੂੰਬਾ ਸਾਹਿਬ ਬਹੁਤ ਮਿਹਰਬਾਨੀ ਸਰ, ਧੰਨਵਾਦ ਤੁਹਾਡਾ। ਤੇ ਹੁਣ ਮੈਂ ਕਲੋਜ਼ਿੰਗ ਰਿਮਾਰਕਸ ਲੈਣਾ ਜੀ ਸਰਬਜੀਤ ਅਰੋੜਾ ਸਾਹਿਬ ਦੇ। ਅਰੋੜਾ ਸਾਹਿਬ, ਤੁਸੀਂ ਕੀ ਕਹੋਗੇ 1 ਮਿੰਟ ਦੇ ਵਿੱਚ? ਜੀ ਬਿਲਕੁਲ, ਮੈਂ ਬੜੀ ਬਰੀਫਲੀ ਗੱਲ ਕਹਿਣਾ ਚਾਹੁੰਦਾ। ਜੋ ਕੁਝ ਹੁਣ ਤੱਕ ਲੂੰਬਾ ਸਾਹਿਬ ਨੇ ਕਿਹਾ, ਮੈਂ ਉਸ ਵਿੱਚ ਥੋੜ੍ਹਾ ਜਿਹਾ ਇਜ਼ਾਫਾ ਇਹ ਕਰ ਦਵਾਂ ਕਿ ਜਿਹੜੀ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦੀ ਲੋੜ ਹੈ ਜਾਂ ਜਿਹੜੇ ਉਹਨਾਂ ਨੂੰ ਇਨਵੋਲਵ ਕਰਨ ਦੀ ਲੋੜ ਹੈ, ਉਹਦੇ ਵਿੱਚ ਸਾਨੂੰ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਖਾਸ ਤੌਰ ਤੇ ਸਾਨੂੰ ਆਪ ਨੂੰ ਨੋਨ ਗਵਰਨਮੈਂਟ ਆਰਗੇਨਾਈਜੇਸ਼ਨਸ ਫਾਰਮ ਕਰਕੇ ਗਵਰਨਮੈਂਟ ਦੀ ਹੈਲਪ ਦੇ ਨਾਲ ਸਾਨੂੰ ਇਨਵੋਲਵ ਕਰਨ ਮਦਦ ਕਰਨੀ ਪਏਗੀ, ਕਿਉਂਕਿ ਗਵਰਨਮੈਂਟ ਸ਼ਾਇਦ ਸਾਡੀ ਬਹੁਤ ਸਾਰੀ ਚੀਜ਼ਾਂ ਤੋਂ ਵਾਕਿਫ ਨਹੀਂ ਹੈ। ਸਾਡੇ ਉਹ ਜੇ ਆਫੀਸ਼ੀਅਲ ਤੌਰ ਤੇ ਉਹ ਜਿਸ ਨੂੰ 4 ਡਾਕੂਮੈਂਟ ਹੱਥ ਵਿੱਚ ਫੜਾ ਵੀ ਦਿੰਦੇ ਬੱਚਿਆਂ ਨੂੰ, ਪੜ੍ਹ ਲਓ ਇਹ ਰੂਲਸ ਐਂਡ ਰੈਗੂਲੇਸ਼ਨਸ, ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚੇ ਦਾ ਜਿਹਦਾ 18 ਸਾਲ ਤੱਕ ਉਹਨੂੰ ਸਿਰਫ ਕਰਪਸ਼ਨ ਹੀ ਜਿਹਨੇ ਵੇਖੀ ਹੈ ਬਦਕਿਸਮਤੀ ਨਾਲ, ਉਹ ਇੰਨੀ ਛੇਤੀ ਸੁਧਰ ਨਹੀਂ ਸਕਦਾ ਕਿ ਉਹਨੂੰ ਸਮਝਾਉਣਾ ਪੈਣਾ ਇੱਕ ਵਾਰ ਨਹੀਂ ਕਈ ਵਾਰ ਕਿ ਆਹ ਕਰੇਂਗੇ ਤਾਂ ਰਿਜ਼ਲਟ ਇਹ ਹੋਏਗਾ। ਕਿਉਂਕਿ ਅਸੀਂ ਉਸ ਸਮਾਜ ਤੋਂ ਆਏ ਹਾਂ, ਸਾਨੂੰ ਇਹ ਗੱਲਾਂ ਪਤਾ ਨਹੀਂ। ਅਸੀਂ ਸ਼ਾਇਦ ਇਹਨਾਂ ਬੱਚਿਆਂ ਨੂੰ ਬਿਹਤਰ ਸਮਝਾ ਸਕਾਂਗੇ। ਸਰਕਾਰ ਦੀ ਮਦਦ ਨਾਲ ਅਸੀਂ ਅਜਿਹੇ ਅਦਾਰੇ ਜੇ ਖੜੇ ਕਰ ਸਕੀਏ ਜਿੱਥੇ ਅਸੀਂ ਆਪਣੇ ਬੱਚਿਆਂ ਦੀ ਆਪ ਮਦਦ ਕਰ ਸਕੀਏ। ਹੋ
ਅਸੀਂ ਇਕੱਲੇ ਨਾ ਕਰ ਸਕੀਏ, ਪਰ ਜੇ ਸਰਕਾਰੀ ਮਦਦ ਨਾਲ ਅਸੀਂ ਇਹ ਕੁਝ ਕਰ ਸਕਾਂਗੇ ਤੇ ਸ਼ਾਇਦ ਅਸੀਂ ਸਮਾਜ ਨੂੰ ਬਿਹਤਰ ਬਣਾ ਸਕਾਂਗੇ। ਸਰ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ ਵੀ। ਤੇ ਬਲ ਸਾਹਿਬ ਤੁਹਾਡੇ ਕਲੋਜ਼ਿੰਗ ਰਿਮਾਰਕਸ। ਹੈਲੋ। ਹਾਂਜੀ ਬਲ ਸਾਹਿਬ, ਤੁਸੀਂ ਕਲੋਜ਼ਿੰਗ ਰਿਮਾਰਕਸ ਆਪਣੇ ਦੇਣੇ ਚਾਹੁੰਦੇ? ਮੈਂ ਇਹ ਕਹਿਣਾ ਚਾਹਾਂਗਾ, ਇੱਕ ਤੁਸੀਂ ਪੁਆਇੰਟ ਵਿੱਚ ਰੇਜ਼ ਕੀਤਾ ਸੀ ਤੇ ਸਰਬਜੀਤ ਹੋਣਾ ਨੇ ਜਵਾਬ ਵੀ ਦਿੱਤਾ ਸੀ ਕਿ ਕਿਤੇ ਇਹ ਨਾ ਲੋਕ ਮਹਿਸੂਸ ਕਰਨ ਕਿ ਆਪਾਂ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਨੇ, ਖਾਸ ਕਰਕੇ ਆਪਾਂ ਤੇ ਆਪਣੀ ਕਮਿਊਨਿਟੀ ਤੇ ਜ਼ਿਆਦਾ ਗੱਲ ਕਰ ਰਹੇ ਹਾਂ ਨਾ। ਇਹ ਤੇ ਪ੍ਰੋਬਲਮ ਜਿਹੜੇ ਦੂਸਰੇ ਬਹੁਤ ਵੱਡੇ ਨੰਬਰ ਚਾਈਨੀ ਕਮਿਊਨਿਟੀ ਦੇ ਵਿੱਚ ਵੀ ਸਟੂਡੈਂਟਸ ਆ ਰਹੇ ਨੇ, ਸਾਡਾ ਸ਼ਾਇਦ ਸੈਕੰਡ ਨੰਬਰ ਹੈ, ਔਰ ਉਹਨਾਂ 'ਚ ਵੀ ਪ੍ਰੋਬਲਮਸ ਹੋਣਗੀਆਂ। ਇਹ ਜਿਹੜੀ ਇਸ ਕਰਕੇ ਆਪਾਂ ਕਰਦੇ ਹਾਂ ਕਿ ਸਾਡੇ ਕੰਸਰਨ ਨੇ, ਉਹ ਬੱਚੇ ਨਵੇਂ ਨੇ, ਫਰੈਸ਼ ਨੇ, ਉਹਨਾਂ ਨੂੰ ਟ੍ਰੇਨ ਕਰਨ ਦੀ ਲੋੜ ਹੈ। ਇਸ ਕਰਕੇ ਜਿਹੜੀਆਂ ਪ੍ਰੋਬਲਮਸ ਕੈਨੇਡੀਅਨ ਬੋਰਨ ਬੱਚਿਆਂ ਦੀਆਂ, ਉਹਨਾਂ ਨੂੰ ਵੀ ਪ੍ਰੋਬਲਮ ਨੇ, ਉਹ ਵੀ ਸਕੂਲ ਡਰੋਪ ਆਊਟਸ ਨੇ, ਉਹ ਵੀ ਅਨਫੋਰਚੂਨੇਟਲੀ ਕਈ ਵਾਰੀ ਗਲਤ ਕੰਮਾਂ ਦੇ ਵਿੱਚ, ਕਾਨੂੰਨ ਦੇ ਵਿੱਚ ਤੋੜਨ ਦੇ ਵਿੱਚ ਇਨਵੋਲਵ ਹੋ ਰਹੇ ਨੇ। ਆਪਾਂ ਰੋਜ਼ ਇਹ ਖਬਰਾਂ ਪੜ੍ਹਦੇ ਹਾਂ। ਸੋ ਅਸੀਂ ਕੋਈ ਖਾਸ ਬੈਕਲੈਸ਼ ਕਰਨ ਦੇ ਤਰੀਕੇ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੀ ਇਹ ਗੱਲ ਨਹੀਂ ਕਰ ਰਿਹਾ। ਦੂਸਰੀ ਗੱਲ ਮੈਂ ਇਹ ਕਹਾਂਗਾ ਕਿ ਜਿਹੜੀ ਕੈਨੇਡੀਅਨ ਇਕੋਨਮੀ ਹੈ, ਆਲਮੋਸਟ ਸਟੈਟਸ ਦੱਸਦੇ ਨੇ ਕਿ 16 ਤੋਂ 18 ਬਿਲੀਅਨ ਡਾਲਰ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਕੋਲੋਂ ਬਹੁਤ ਵੱਡੀ ਰਕਮ ਉਹਨਾਂ ਨੂੰ ਆ ਰਹੀ ਹੈ। ਜੇ ਸਾਡਾ ਬੱਚਾ ਕੈਨੇਡੀਅਨ ਬੋਰਨ ਜਿਹੜਾ ਬੱਚਾ, ਜੇ ਉਹਦੀ ਫੀਸ $5000 ਹੈ ਇੱਕ ਸਮੈਸਟਰ ਦੀ ਜਾਂ ਸਾਲ ਦੀ, ਤੇ ਇਹ 2.5 ਜਾਂ 3 ਗੁਣਾ ਪੇ ਕਰਦੇ ਨੇ। ਔਰ ਫਿਰ ਇਹਨਾਂ ਨੂੰ ਘੱਟੋ ਘੱਟ $500 ਜਿਹੜਾ ਰੂਮ ਦਾ ਕਿਰਾਇਆ, $6000 ਰੋਜ਼ ਚਾਹੀਦਾ, 500 ਰੋਟੀ ਲਈ $6000 ਰੋਜ਼ ਚਾਹੀਦਾ, ਇੰਟਰਨੈਸ਼ਨਲ ਕਾਰ ਤੇ ਬੱਸਾਂ ਦੇ ਕਿਰਾਏ ਤੇ ਹੋਰ ਇੰਟਰਟੇਨਮੈਂਟ ਸਾਰਾ ਕੁਝ ਚਾਹੀਦਾ। ਇੱਕ ਸਟੂਡੈਂਟਸ ਨੂੰ ਸਰਵਾਈਵ ਕਰਨ ਵਾਸਤੇ $25,000 ਇੱਥੇ ਚਾਹੀਦਾ ਹੈ, ਤੇ 20 ਘੰਟੇ ਤੇ $25,000 ਉਹ ਕਮਾ ਨਹੀਂ ਸਕੇਗਾ। ਤੇ ਪਿੱਛੇ ਘਰਦਿਆਂ ਦੀਆਂ ਵੀ ਆਸਾਂ ਹੁੰਦੀਆਂ ਵੀ ਸਾਡਾ ਬੱਚਾ ਚਲ ਗਿਆ, ਹੁਣ ਸਾਡੇ ਵੀ ਪੈਸੇ ਜਿਹੜੇ ਅਸੀਂ ਜ਼ਮੀਨ ਗਹਿਣੇ ਕਰਕੇ ਜਾਂ ਕਰਜ਼ਾ ਚੱਕ ਕੇ ਉਹਨੂੰ ਵੀ, ਉਹਨਾਂ ਤੇ ਬੜਾ ਪ੍ਰੈਸ਼ਰ ਹੈ ਬਹੁਤ, ਉਹਨਾਂ ਤੇ ਸਟ੍ਰੈਸਫੁਲ ਲਾਈਫ ਉਹਨਾਂ ਦੀ। ਔਰ ਮੇਰਾ ਖਿਆਲ ਕੰਕਲੂਜਨ ਤੇ ਇਹੀ ਆ ਕਿ ਸਾਨੂੰ ਥੋੜਾ ਜਿਹਾ ਬੇਅਰ ਕਰਨਾ ਪਏਗਾ। ਔਰ ਅਸੀਂ ਉੱਥੇ ਜਿਹੜੇ ਪਹਿਲੇ ਸੈਟਲ ਹੋ ਚੁੱਕੇ ਹਾਂ, ਅਸੀਂ ਚਲੋ ਸਾਡੇ ਘਰ ਘੁਰ ਵੀ ਫ੍ਰੀ ਨੇ, ਥੋੜੀ ਬਾੜੀ ਆਪਾਂ ਨੂੰ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜਿਹੜੇ ਸਾਡੇ ਰਿਸ਼ਤੇਦਾਰਾਂ ਦੇ ਬੱਚੇ ਜਾਂ ਜਾਣ ਪਛਾਣ ਦੇ ਵਿੱਚ ਆ ਰਹੇ ਨੇ, ਜੇ ਤੁਸੀਂ ਲਾਲਚਵਸ ਹੋ ਕੇ ਜੇ $500 ਦੀ ਬਜਾਏ ਤਾਂ $300 ਨਾਲ ਵੀ ਤੁਹਾਡਾ ਕੋਈ ਗੁਜ਼ਾਰਾ ਹੁੰਦਾ ਹੈ। ਦੂਜੇ ਪਾਸੇ ਸਟੂਡੈਂਟਸ ਨੂੰ ਵੀ ਇਹ ਬੇਨਤੀ ਹੈ ਕਿ ਉਹਨਾਂ ਨੂੰ ਵੀ ਕਾਇਦੇ ਕਾਨੂੰਨ 'ਚ ਰਹਿਣਾ ਪਏਗਾ। ਇਹ ਜਿਹੜੀਆਂ ਪ੍ਰੋਬਲਮਸ ਅੱਜ ਆਪਾਂ ਕਹਿ ਰਹੇ ਨੇ ਵੀ ਬੱਚੇ ਜਿਹੜੇ ਇਸ ਤਰ੍ਹਾਂ ਕਰਦੇ ਨੇ, ਇਹ ਮੈਂ ਪਹਿਲਾਂ ਵੀ ਦੇਖੀਆਂ ਜੀ। ਇੱਥੇ 70s ਦੇ ਵਿੱਚ ਬੇਸ਼ੱਕ ਉਦੋਂ ਸਾਡੀ ਗਿਣਤੀ 1500 2000 ਦੇ ਤਕਰੀਬਨ ਹੀ ਸੀ। ਸਾਡੀ ਉਮਰ ਉਸ ਵੇਲੇ ਤਕਰੀਬਨ 18 ਸਾਲ ਤੋਂ ਲੈ ਕੇ 25 ਸਾਲ ਤੱਕ ਸੀ, ਜਿੰਨਾ ਕਿ 2000 ਬੰਦਾ ਇੱਥੇ ਆਇਆ ਸੀ। ਉਹ ਵੀ ਨਵੇਂ ਕੋਈ ਕਾਲਜਾਂ ਦੇ ਵਿੱਚੋਂ ਹਟ ਕੇ ਆਇਆ ਸੀ, ਕਿਸੇ ਦੀ ਪੜ੍ਹਾਈ ਕੰਪਲੀਟ ਸੀ, ਕਿਸੇ ਦੀ ਨਹੀਂ ਸੀ। ਉਦੋਂ ਵੀ ਇੱਥੇ ਇਹੋ ਜਿਹੀਆਂ ਪ੍ਰੋਬਲਮਸ, ਉੱਥੋਂ ਵੀ ਉਦੋਂ ਵੀ ਲੜਾਈਆਂ ਹੁੰਦੀਆਂ ਤੇ ਅੱਗੇ ਗਾਂ ਤੋਂ ਗਾਂ ਵੀ ਇਹ ਚੱਲਦੀਆਂ, ਇੱਥੇ ਵੀ ਹੁੰਦੀਆਂ। ਸੋ ਮੈਨੂੰ ਸਮਝਦਾ ਕਿ ਬਹੁਤ ਆਪਾਂ ਬੜੀ ਦੇਰ ਇਸ ਤੇ ਗੱਲ ਕੀਤੀ, ਔਰ ਗੱਲ ਆਪਾਂ ਨੂੰ ਕਰਨੀ ਵੀ ਚਾਹੀਦੀ ਹੈ। ਔਰ ਇੱਕ ਦੂਜੇ ਦਾ ਮੇਰਾ ਖਿਆਲ ਆਪਾਂ ਇਸੇ ਨਤੀਜੇ ਤੇ ਪਹੁੰਚੇ ਕਿ ਆਪਾਂ ਨੂੰ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਲੋੜ ਹੈ। ਬੱਚਿਆਂ ਨੂੰ ਇਹ ਸਮਝਾਓ ਕਿ ਬੇਟਾ ਤੁਸੀਂ, ਤੁਹਾਡੇ ਘਰਦਿਆਂ ਨੇ ਬੜਾ ਔਖੇ ਹੋ ਕੇ ਤੁਹਾਨੂੰ ਭੇਜਿਆ ਹੈ, ਔਰ ਤੁਸੀਂ ਇੱਕ ਵਾਰੀ ਆਪਣੀ ਪੜ੍ਹਾਈਆਂ ਪੂਰੀਆਂ ਕਰਕੇ ਇਮੀਗ੍ਰੇਸ਼ਨ ਲੈ ਲਓ, ਔਰ ਫਿਰ ਤੁਸੀਂ ਉਹ 5-6 ਸਾਲ ਬਾਅਦ ਤੇ ਬੱਚਾ ਉੱਦਾਂ ਹੀ ਸੀਜ਼ਨਡ ਹੋ ਜਾਂਦਾ, ਜਿਹਨੂੰ ਪਤਾ ਲੱਗ ਜਾਂਦਾ, ਫਿਰ ਉਹ ਗਲਤੀ ਕਰਦਾ ਵੀ ਨਹੀਂ ਹੈ। ਤੇ ਸਿਰਫ ਜਿਹੜੇ ਪਹਿਲੇ 1-2 ਸਾਲ ਤੇ ਜਿਹੜੀਆਂ ਜਦੋਂ ਉਹ ਰਾ ਮਟੀਰੀਅਲ ਹੁੰਦਾ ਹੈ 17, 16, 17, 18 ਸਾਲ ਦੀ ਉਮਰ ਦੇ ਵਿੱਚ। ਸੋ ਮੈਂ ਸਮਝਦਾ ਕਿ ਸਾਨੂੰ ਆਪਣੀ ਜ਼ਿੰਮੇਵਾਰੀ ਜ਼ਿਆਦਾ ਨਿਭਾਉਣੀ ਪਏਗੀ ਸਮਾਜ ਦੇ, ਸੁਸਾਇਟੀ ਦੇ ਤੌਰ ਤੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨੂੰ, ਤੇ ਜਿਵੇਂ ਸਰਬਜੀਤ ਹੋਣਾ ਨੇ ਗੱਲ ਕੀਤਾ ਹੈ ਕਿ ਗੌਰਮੈਂਟ ਨੂੰ ਵੀ ਆਪਾਂ ਨੂੰ ਲਿਖਣਾ ਚਾਹੀਦਾ ਹੈ। ਉਹਨਾਂ ਕੋਲ ਵੀ ਕਈ ਇਹੋ ਜਿਹੀਆਂ NGOs ਹੋਣਗੀਆਂ ਜਿਹੜੀਆਂ ਸਟੂਡੈਂਟਸ ਦੀ ਹੈਲਪ, ਉਹਨਾਂ ਨੂੰ ਐਕਸਪਲੋਰ ਕਰਨ ਦੀ ਲੋੜ ਹੈ। ਜਿੱਥੇ ਸਟੂਡੈਂਟ ਨੂੰ ਮੈਂਟਲ ਹੈਲਥ, ਆਪਾਂ ਹਰ ਜਗ੍ਹਾ ਕਿੰਨੀ ਵਾਰੀ ਇਹ ਗੱਲ ਕੀਤੀ ਆਪਾਂ, ਮੈਂ ਤੁਹਾਨੂੰ ਦੱਸਿਆ ਕਿ ਮੈਂ ਇਹੋ ਜਿਹਾ ਇੱਕ ਕੰਮ ਦੇ ਵਿੱਚ ਹਾਂ, ਮੈਂ ਫਸਟ ਹੈਂਡ ਸੋਚਦਾ ਹਾਂ ਕਿ ਕਿਸ ਤਰ੍ਹਾਂ ਇਹ ਸਟੂਡੈਂਟ ਸਾਡੇ ਜਿਹੜੇ ਵਿਚਾਰੇ ਨਾ ਕਈ ਵਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਲੈਂਦੇ ਨੇ, ਔਰ ਉਹਨਾਂ ਦੇ ਨਾਲ ਸਾਨੂੰ ਸਹਿਯੋਗ ਕਰਨ ਦੀ ਲੋੜ ਹੈ। ਮੈਂ ਵੈਸੇ ਪਰਸਨਲ ਤੌਰ ਤੇ ਬੜਾ ਸਿੰਪੈਥੈਟਿਕ ਹੈ ਉਹਨਾਂ ਨਾਲ। ਜੇ ਕੋਈ ਬੱਚੇ ਕੋਈ ਗਲਤੀਆਂ ਕਰਦੇ ਨੇ ਜਾਂ ਜਿਹਨਾਂ ਨੂੰ ਪੈਸੇ ਪਿੱਛੋਂ ਆ ਰਹੇ ਨੇ, ਔਰ ਜੇ ਉਹ ਕਰਦੇ ਨੇ, ਮੈਂ ਤਾਂ ਇਹੀ ਅਖੀਰ ਤੇ ਕਹਾਂਗਾ ਵੀ ਉਹ ਕਾਨੂੰਨ ਨੂੰ ਆਪਣਾ ਤੌਰ ਤਰੀਕਾ ਵਰਤਣ ਦਿਓ ਜੀ। ਉਹ ਆਪੇ ਕਾਨੂੰਨ ਦੇ ਵਿੱਚ ਫਸ ਜਾਣਗੇ, ਨਾ ਉਹਨਾਂ ਦੀ ਇਮੀਗ੍ਰੇਸ਼ਨ ਹੋਏਗੀ, ਡਿਪੋਰਟੇਸ਼ਨ ਵੀ ਹੋਈਆਂ ਨੇ, ਹੋਣਗੀਆਂ। ਸੋ ਆਪਾਂ ਨੂੰ ਉਹਨਾਂ ਦੇ ਖਿਲਾਫ ਜ਼ਿਆਦਾ ਆ ਕੇ ਬਾਹਰ
ਬੋਲਣ ਦੀ, ਗਲਤ ਗੱਲਾਂ ਕਰਨ ਦੀ ਲੋੜ ਨਹੀਂ ਹੈ। ਜਿਹੜੇ ਨਹੀਂ ਸੁਧਰਦੇ ਫਿਰ ਕਾਨੂੰਨ ਉਹਨਾਂ ਨੂੰ ਜਿਹੜਾ ਆਪਣੇ ਆਪ ਹੀ ਉਹਨੂੰ ਸੁਧਾਰੇਗਾ ਜਾਂ ਬੱਚੇ ਵਾਪਸ ਕਰੇਗਾ। ਪਰ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਲੈਵਲ ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਏਗੀ। ਬਾਲ ਸਾਹਿਬ ਬਹੁਤ ਧੰਨਵਾਦ ਸਰ ਤੁਹਾਡਾ ਵੀ, ਸਰਬਜੀਤ ਅਰੋੜਾ ਸਾਹਿਬ ਦਾ ਵੀ ਤੇ ਲੂੰਬਾ ਸਾਹਿਬ ਦਾ ਵੀ, ਤੇ ਸਾਡੇ ਸਾਰੇ ਕਾਲਰਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਮੈਂ ਦੁਬਾਰਾ ਇਸੇ ਨੋਟ ਤੇ ਵਾਈਂਡ ਅਪ ਕਰ ਦਿੰਦਾ, ਸਮਾਪਤ ਕਰ ਦਿੰਦਾ ਕਿ ਸਾਡੀ ਗੱਲਬਾਤ ਜਿਹੜੀ ਹੈ ਹੁਣ ਵੀ ਆਪਾਂ 1 ਘੰਟਾ ਤੋਂ ਲਗਭਗ 10 ਮਿੰਟ ਸਾਡੀ ਗੱਲ ਹੁੰਦੀ ਨੂੰ ਹੋ ਗਏ ਨੇ ਲਗਾਤਾਰ। ਇਹ ਇਸ ਤਰ੍ਹਾਂ ਅਸੀਂ ਚਾਹੇ 3 ਘੰਟੇ ਵੀ ਲਗਾ ਦਈਏ, ਸਮਾਂ ਫਿਰ ਵੀ ਥੋੜ੍ਹਾ, ਪਰ ਗੱਲ ਇਹ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਅਸੀਂ ਇਸ ਤਰ੍ਹਾਂ ਦੀ ਡਿਸਕਸ਼ਨ ਤੋਰਦੇ ਹਾਂ ਤਾਂ ਸਾਡੇ ਭਾਈਚਾਰੇ ਦੇ ਵਿੱਚ, ਕਮਿਊਨਿਟੀ ਦੇ ਵਿੱਚ, ਬੱਚਿਆਂ ਦੇ ਵਿੱਚ, ਬਿਜ਼ਨੈਸਿਸ ਦੇ ਵਿੱਚ ਜਾਂ ਸਾਡੇ ਧਾਰਮਿਕ ਸੰਸਥਾਵਾਂ, ਸਾਡੀਆਂ ਸੋਸ਼ਲ ਸੰਸਥਾਵਾਂ, ਸਾਡੀਆਂ ਪੋਲੀਟੀਕਲ ਜਿਹੜੀਆਂ ਵੀ ਪਾਰਟੀਜ਼ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਤੱਕ ਇਹ ਨੌਕ ਜ਼ਰੂਰ ਹੁੰਦੀ ਹੈ ਗੱਲ। ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪ ਨੂੰ ਹੋਰ ਵੱਡੇ ਕਰਨ ਲਈ, ਹੋਰ ਗਰੋ ਕਰਨ ਲਈ, ਹੋਰ ਮੈਚਿਓਰ ਕਰਨ ਦੇ ਲਈ ਐਫਰਟਸ ਲਗਾਤਾਰ ਕੰਟੀਨਿਊ ਰੱਖੀਏ। ਕੋਈ ਇੱਕ ਦਿਨ ਦੇ ਵਿੱਚ ਇਹ ਸਾਰੇ ਹੱਲ ਨਹੀਂ ਲੱਭਣੇ, ਪਰ ਹੱਲ ਲੱਭ ਜਾਣੇ ਜੇ ਲੱਭਣ ਲਈ ਤੁਰ ਜਾਵਾਂਗੇ। ਬਹੁਤ ਮਿਹਰਬਾਨੀ ਸਰ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਸਮਾਂ ਇਸ ਵੇਲੇ ਹੁਣ 4:28। ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਕੁਛ ਇੱਕ ਸੰਦੇਸ਼ ਤੇ ਫਿਰ ਉਸ ਤੋਂ ਬਾਅਦ ਅਗਲੇ ਸੈਗਮੈਂਟ ਦੇ ਨਾਲ ਜੁੜਦੇ ਹਾਂ। You are listening to the Harjinder Gill Show, Rams Punjabi, only on 1350 AM. इश्तिहार है तो व्यापार है। अपना बिजनेस प्रमोट करने लिए संपर्क करो 647 400 68 647 400 6862 G Media Group. For all our latest updates, please subscribe G Media Group YouTube channel and press the bell icon.